ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪੌੜੀ ਜਿਨੀ ਹਰ ਹਰ ਨਾਮ ਧਿਆਇਆ, ਤਿਨੀ ਪਾਏ ਅੜੇ ਸਰਬ ਸੁਖਾ। ਸਭ ਜਨਮ ਤਿਨਾ ਕਾ ਸਫਲ ਹੈ, ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾ। ਜਿਨੀ ਹਰ ਹਰ ਨਾਮ ਧਿਆਇਆ, ਤਿਨੀ ਪਾਏ ਅੜੇ ਸਰਬ ਸੁਖਾ। ਸਭ ਜਨਮ ਤਿਨਾ ਕਾ ਸਫਲ ਹੈ, ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾ। ਜਿਨੀ ਗੁਰ ਕੈ ਬਚਨ ਆਰਾਧਿਆ, ਤਿਨ ਵਿਸਰ ਗਏ ਸਭ ਦੁਖਾ। ਤੇ ਸੰਤ ਭਲੇ ਗੁਰ ਸਿੱਖ ਹੈ, ਜਿਨ ਨਾਹੀ ਚਿੰਤ ਪਰਾਈ ਚੁਖਾ। ਧਨ ਧਨ ਤਿਨਾ ਕਾ ਗੁਰੂ ਹੈ, ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ। ਤੇ ਸੰਤ ਭਲੇ ਗੁਰ ਸਿੱਖ ਹੈ, ਜਿਨ ਨਾਹੀ ਚਿੰਤ ਪਰਾਈ ਚੁਖਾ। ਧਨ ਧਨ ਤਿਨਾ ਕਾ ਗੁਰੂ ਹੈ, ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਆ। ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ
ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੋਲ੍ਹਿਆ। ਸਾਡੇ ਵਾਸਤੇ ਜੋ ਉਪਦੇਸ਼ ਪ੍ਰਾਪਤ ਹੋਏ ਨੇ, ਉਹਨਾਂ ਉਪਦੇਸ਼ਾਂ ਦੇ ਵਿੱਚੋਂ ਜੇ ਸਮਝ ਸਕੀ ਤੇ ਦੋ ਗੱਲਾਂ ਸਾਡੇ ਮਨੁੱਖੀ ਮਨ ਦੀਆਂ ਪ੍ਰਗਟ ਹੁੰਦੀਆਂ ਨੇ। ਸਭ ਤੋਂ ਪਹਿਲਾਂ ਤਾਂ ਸਾਡਾ ਸਧਾਰਨ ਮਨੁੱਖੀ ਮਨ ਕਿਸੇ ਵੀ ਕੰਮ ਨੂੰ ਵੇਖ ਕੇ ਡਰਦਾ ਹੈ। ਜਦੋਂ ਆਪਣੀ ਹਾਲਾਤ, ਆਪਣੀ ਹੈਸੀਅਤ ਨੂੰ ਵੇਖਦਾ ਹੈ ਅਤੇ ਸਾਹਮਣੇ ਆਪਣੇ ਆਇਆ ਹੋਈ ਸਮੱਸਿਆ ਜਾਂ ਵੱਡਾ ਕੰਮ ਜਿਹਨੂੰ ਕਰ ਨਹੀਂ ਪਾਉਂਦਾ ਵੇਖ ਕੇ ਡਰਦਾ ਵੀ ਕੀ ਬਣੇਗਾ। ਪਹਾੜ ਜਿਹੜੀ ਜ਼ਿੰਦਗੀ ਹੈ, ਇੱਥੇ ਮੈਂ ਕੀ ਕਰ ਪਾਵਾਂਗਾ। ਆਪਣੇ ਬਾਰੇ ਕਦੇ ਸੋਚ ਕੇ ਦੇਖੀਏ, ਇੰਨੀ ਵੱਡੀ ਦੁਨੀਆ ਦੇ ਵਿੱਚ, ਇੰਨੇ ਵੱਡੇ ਸੰਸਾਰ ਦੇ ਸਮੱਸਿਆਵਾਂ ਦੇ ਵਿੱਚ, ਜਿੱਥੇ ਕਈ ਪ੍ਰਕਾਰ ਦੇ ਕਰਮ ਗਿਆਨੀਆਂ ਨੇ ਦੱਸ ਦਿੱਤੇ। ਸੰਸਾਰ ਦੀ ਸਫਲਤਾ ਚਾਹੀਦੀ ਹੈ, ਪਰਿਵਾਰਕ ਸਫਲਤਾ ਚਾਹੀਦੀ ਹੈ, ਵਪਾਰਕ ਸਫਲਤਾ ਚਾਹੀਦੀ ਹੈ, ਤੈਨੂੰ ਅਧਿਆਤਮਿਕ ਸਫਲਤਾ ਚਾਹੀਦੀ ਹੈ। ਗਿਆਨੀਆਂ ਨੇ ਇੰਨਾ ਕੁਝ ਦੱਸ ਦਿੱਤਾ ਅਤੇ ਮਨੁੱਖ ਦਾ ਮਨ ਤੇ ਡਰ ਜਾਂਦਾ, ਮੇਰਾ ਬਣੇਗਾ ਕੀ। ਜੀਓ ਡਰਤਾ ਹੈ ਆਪਣਾ, ਫਿਰ ਮੇਰਾ ਜੀਓ ਡਰਨ ਲੱਗ ਪੈਂਦਾ ਹੈ। ਮੈਂ ਆਪਣੇ ਸਾਰੇ ਸਿਲਸਿਲੇ ਵਿੱਚ ਜਿੱਥੇ ਆਪਣੇ ਆਪ ਨੂੰ ਇੱਕ ਦਬਿਆ ਜਿਹਾ, ਉਲਝਿਆ ਜਿਹਾ ਮਹਿਸੂਸ ਕਰਦਾ ਹਾਂ, ਮੇਰੇ ਅੰਦਰ ਜੀਓ, ਜੀਵਾਤਮ ਜਿਹਨੂੰ ਆਪਾਂ ਕਹਿੰਦੇ ਹਾਂ, ਕੰਬ ਉੱਠਦਾ ਹੈ, ਡਰ ਜਾਂਦਾ, ਕੀ ਬਣੇਗਾ ਮੇਰਾ। ਅਤੇ ਪੁਕਾਰ ਵੀ ਮੈਂ ਕਿਹਦੇ ਅੱਗੇ ਕਰਾਂ, ਕਿਉਂਕਿ ਕੋਈ ਸੁੱਝਦਾ ਨਹੀਂ। ਜਿਹਦੇ ਵੱਲ ਵੀ ਨਜ਼ਰ ਪਾਉਂਦਾ ਹਾਂ ਉਹ ਮੇਰੇ ਵਰਗਾ ਹੀ ਤੇ ਫਸਿਆ ਹੋਇਆ ਨਜ਼ਰ ਆਉਂਦਾ ਹੈ। ਆਪਣੇ ਆਲੇ ਦੁਆਲੇ ਕਿਸੇ ਵੀ ਮਨੁੱਖ ਦੇ ਨਾਲ ਗੱਲਬਾਤ ਕਰਕੇ ਦੇਖੀਏ, ਉਹ ਥੋੜ੍ਹਾ ਬਹੁਤਾ ਵਾਧ ਘਾਟ ਕਰਕੇ ਸਾਡੇ ਵਰਗੇ ਹੀ ਤੇ ਨੇ ਸਾਰੇ। ਬਸ ਥੋੜ੍ਹੀਆਂ ਬਹੁਤੀਆਂ ਕੁਝ ਗੱਲਾਂ ਦੇ 'ਚ ਵਾਧੇ ਘਾਟੇ ਨੇ। ਜੇ ਕਿਸੇ ਕੋਲ ਪੈਸੇ ਜ਼ਿਆਦਾ ਨੇ ਤਾਂ ਪਤਾ ਲਿਓ ਕੋਈ ਗਿਆਨ ਘੱਟ ਹੈ, ਜੇ ਕਿਸੇ ਕੋਲ ਗਿਆਨ ਜ਼ਿਆਦਾ ਹੈ ਤਾਂ ਉਹਦਾ ਪੈਸਾ ਘੱਟ ਹੈ। ਕਿਸੇ ਦੇ ਜੇ ਤੰਦਰੁਸਤੀ ਬਹੁਤ ਹੈ ਅਤੇ ਦੂਜੀ ਕੋਈ ਚੀਜ਼ ਘੱਟ ਹੈ। ਕਿਸੇ ਕੋ ਸੰਸਾਰ ਦੇ ਪਦਾਰਥ ਬਹੁਤ ਨੇ ਅਤੇ ਤੰਦਰੁਸਤੀ ਨਹੀਂ ਗੀ। ਸੰਸਾਰ ਦੀ ਇੱਕ ਵਿਡੰਬਨਾ ਹੁੰਦੀ ਹੈ ਕਿ ਜਿਨ੍ਹਾਂ ਕੋਲ ਖਾਣ ਲਈ ਨਹੀਂ ਹੁੰਦਾ ਉਹਨਾਂ ਦੀ ਸਿਹਤ ਠੀਕ ਹੁੰਦੀ ਹੈ, ਜਿਨ੍ਹਾਂ ਕੋਲ ਖਾਣ ਲਈ ਬਹੁਤ ਹੁੰਦਾ ਉਹ ਖਾ ਨਹੀਂ ਸਕਦੇ। ਔਰ ਅੱਜ ਵੀ ਸੰਸਾਰ 'ਚ ਕਰਤੇ ਦੀ ਅਚਰਜ ਕਲਾ ਕਹਿ ਲਈਏ ਜਾਂ ਸਾਡੇ ਕਰਮਾਂ ਦੀ ਕੋਈ ਗਤੀ ਕਹਿ ਲਈਏ, ਜਦੋਂ ਮਨੁੱਖ ਦੇ ਕੋਲ ਖਾਣ ਲਈ ਸਮਰੱਥਾ ਨਹੀਂ ਪਈ ਮਹਿੰਗੀ ਚੀਜ਼ ਕੋਈ ਖਾ ਸਕੇ, ਉਦੋਂ ਪੈਸਾ ਨਹੀਂ ਹੁੰਦਾ ਅਤੇ ਉਦੋਂ ਸਿਹਤ ਠੀਕ ਹੁੰਦੀ ਹੈ, ਪਦਾਰਥ ਸਾਮਾਨ ਨਹੀਂ ਮਿਲਦੇ। ਜਦੋਂ ਸਾਮਾਨ ਖਰੀਦ ਕੇ ਘਰ ਢੇਰ ਲੱਗਾ ਹੁੰਦਾ ਅਤੇ ਡਾਕਟਰ ਮਨਾ ਕਰਦੇ, ਨਾ ਨਾ ਤੂੰ ਤਾਂ ਬਸ ਉਬਲੀ ਦਾਲ ਹੀ ਖਾਵੀਂ, ਉਦੋਂ ਪਦਾਰਥ ਬਹੁਤ ਨੇ, ਖਾਧਾ ਨਹੀਂ ਜਾ ਰਿਹਾ। ਇਹ ਸਾਰਾ ਸਿਲਸਿਲਾ ਕੀ ਹੈ? ਇਹ ਵੇਖ ਕੇ ਸੁਣ ਕੇ ਅੰਦਰ ਡਰਦਾ ਹੈ, ਮੇਰਾ ਕੀ ਬਣੇਗਾ। ਸਭ ਤੋਂ ਵੱਡੀ ਗੱਲ ਜਦੋਂ ਗਿਆਨੀਆਂ ਤੋਂ ਸੁਣਦਾ ਕਿ ਭਾਈ ਤੂੰ ਭਵਜਲ ਤੋਂ ਵੀ ਪਾਰ ਜਾਣਾ ਹੈ, ਅਤੇ ਭਵਜਲ ਦੇ ਬਾਰੇ ਤਾਂ ਮੈਨੂੰ ਕੁਛ ਪਤਾ ਹੀ ਨਹੀਂ। ਫਿਰ ਜੀਓ ਡਰਤ ਹੈ ਆਪਣਾ ਕੈਸੇ ਕਰੀ ਪੁਕਾਰ। ਫਿਰ ਨਾਲ ਹੀ ਮਹਾਰਾਜ ਜਵਾਬ ਦੇ, ਕਿਉਂ ਡਰਦਾ ਕਿਉਂ ਹੈ? ਆਹ ਦੇਖ ਨਾ, ਸਤਿਗੁਰੂ ਦੇ ਰਾਹੀਂ ਅਰਦਾਸ ਕਰ, ਦੁੱਖ ਨਿਵਾਰਨ ਸਾਰਨ ਸੇਵਿਆ, ਸਦਾ ਸਦਾ ਦਾਤਾਰ। ਤੂੰ ਵਿਸ਼ਵਾਸ ਰੱਖ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਜੇ ਪਹਿਲੀਆਂ ਤਿੰਨ ਤੁਕਾਂ ਹੀ ਸਮਝ ਆ ਜਾਣ ਤਾਂ ਜ਼ਿੰਦਗੀ ਬਹੁਤ ਹੱਲ ਹੋ ਜਾਂਦੀ ਹੈ। ਪਰ ਅਸੀਂ ਸਧਾਰਨ ਜਿਹੇ ਜੀਅ ਹਾਂ, ਪੜ੍ਹਦੇ ਬਹੁਤ ਹਾਂ, ਸੁਣਦੇ ਬਹੁਤ ਹਾਂ, ਬੋਲਦੇ ਵੀ ਬਹੁਤ ਹਾਂ, ਪਰ ਕਮੀ ਰਹਿ ਜਾਂਦੀ ਹੈ ਮੰਨਣ ਦੇ ਵਿੱਚ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਜਿਤਨਾ ਅਸੀਂ ਬੋਲਦੇ ਹਾਂ ਉਤਨਾ ਪੜ੍ਹਦੇ ਨਹੀਂ ਹਾਂ, ਅਤੇ ਜਿਤਨਾ ਪੜ੍ਹਦੇ ਹਾਂ ਉਤਨਾ ਸੁਣਦੇ ਤਾਂ ਬਿਲਕੁਲ ਨਹੀਂ ਹਾਂ। ਸੁਣਾਉਂਦੇ ਹਾਂ ਅਤੇ ਸੁਣਨ ਦੀ ਆਦਤ ਪਾਈਏ। ਸੁਣਨ ਤੋਂ ਦੂਸਰੀ ਗੱਲ ਆਦਤ ਪਾਈਏ, ਸੁਣੇ ਹੋਏ ਨੂੰ ਜਜ਼ਬ ਕਰਨਾ, ਉਸ ਨੂੰ ਮੰਨਣਾ, ਸਮਝਣਾ। ਆਤਮਸਾਤ ਕਹਿੰਦੇ ਨੇ, ਸੁਣੇ ਹੋਏ ਬਚਨ ਵਿਚਾਰ ਨੂੰ ਆਪਣੇ ਅੰਦਰਲੇ ਨਾਲ ਜੋੜ ਦੇਣਾ ਅਤੇ ਅੰਦਰਲੇ ਨੂੰ ਉਹਦੇ ਨਾਲ ਇੱਕਮਿਕ ਕਰਨ ਦਾ ਯਤਨ ਕਰਨਾ। ਸਮਾਂ ਆਏਗਾ ਫਿਰ ਸਾਡਾ ਅੰਦਰ ਜੋ ਜੀਉ ਹੈ ਸ਼ਬਦ ਦਾ ਧਾਰਨ ਹੀ ਹੋ ਜਾਏਗਾ। ਪਰ ਸਾਡੀ ਤੇ ਹਾਲਾਤ ਜੇ ਕਮਜ਼ੋਰ ਹੈ, ਪਰ ਸਾਡੇ ਗੁਰੂ ਬਹੁਤ ਵੱਡੇ ਨੇ। ਸਾਨੂੰ ਇਹ ਵਿਸ਼ਵਾਸ ਮਹਾਰਾਜ ਦਿਵਾਉਂਦੇ ਨੇ, ਸਾਹਿਬ ਮੇਰਾ ਨੀਤ ਨਵਾਂ,
ਸਦਾ ਸਦਾ ਦਾਤਾਰ। ਇੱਕ ਬੜਾ ਪਿਆਰਾ ਬਚਨ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਭਾਈ ਸੁਣ, ਆਪਣੇ ਵਡੇਰਿਆਂ ਦੀ ਗੱਲ ਸੁਣਿਆ ਕਰੋ। ਔਰ ਇਹ ਗੱਲ ਅੱਜ ਸਾਡੇ 'ਚੋਂ ਸਕਿਪ ਹੋ ਗਈ ਹੈ। ਅਸੀਂ ਆਪਣੇ ਤੋਂ ਵੱਡਿਆਂ ਦੀ ਗੱਲ ਸੁਣ ਕੇ ਰਾਜੀ ਨਹੀਂ ਹਾਂ। ਸਾਨੂੰ ਵੱਡਿਆਂ ਦੀ ਗੱਲ ਸੁਣਨ ਲੱਗਿਆਂ ਕੋਈ ਨਾ ਜਾਂ ਤਾਂ ਸ਼ਰਮ ਆਉਂਦੀ ਹੈ ਅਤੇ ਜਾਂ ਲੱਗਦਾ ਵੀ ਲੈ ਤੇ ਬਾਬੇ ਪੁਰਾਣੇ ਨੇ, ਇਹਨਾਂ 'ਤੇ 50 ਸਾਲ ਪੁਰਾਣੀ ਗੱਲ ਕਰਨੀ ਹੈ। ਪਰ ਸੱਚ ਜਰਨਾ, ਉਹਨਾਂ ਦੀ 50-100 ਸਾਲ ਪੁਰਾਣੀ ਗੱਲ ਦੇ ਵਿੱਚ ਵੀ ਤਾਸੀਰ ਅੱਜ ਲਈ ਹੋਣੀ ਆ। ਉਹਨਾਂ ਦੀ ਗੱਲਾਂ ਬੇਸ਼ੱਕ ਪੁਰਾਣੇ ਅੰਦਾਜ਼ ਪੁਰਾਣੇ ਹੋਣਗੇ, ਉਦਾਹਰਣ ਵੀ ਪੁਰਾਣੇ ਹੀ ਦੇਣਗੇ। ਉਹ ਕਹਿਣਗੇ ਸਾਡੇ ਵਕਤ ਇੱਦਾਂ ਹੁੰਦਾ ਸੀ, ਸਾਡੇ ਵਕਤ ਇੱਦਾਂ ਨਹੀਂ ਸੀ ਹੁੰਦਾ, ਕਿਉਂਕਿ ਜੋ ਉਹਨਾਂ ਵਕਤ ਵੇਖੇ ਉਹ ਦੱਸਣਗੇ। ਪਰ ਉਹਦੇ ਵਿੱਚੋਂ ਅੱਜ ਦੇ ਵਕਤ ਦਾ ਜਨਮ ਹੁੰਦਾ ਹੈ, ਜਿਸ ਨੂੰ ਦਾਰਸ਼ਨਿਕ ਕਹਿੰਦੇ ਹੁੰਦੇ ਨੇ ਕਿ ਅਤੀਤ ਵਿੱਚੋਂ ਹੀ ਭਵਿੱਖ ਜਨਮ ਲੈਂਦਾ ਹੈ। ਅਤੇ ਜੇ ਅਸੀਂ ਅਤੀਤ ਨੂੰ ਨਹੀਂ ਸਮਝਦੇ, ਆਪਣੇ ਬਜ਼ੁਰਗਾਂ ਦੀਆਂ ਗੱਲਾਂ, ਵਡੇਰਿਆਂ ਦੀਆਂ ਨਹੀਂ ਸੁਣਦੇ, ਅਤੇ ਸ਼ਾਇਦ ਸਾਡੀ ਹਾਲਾਤ ਫਿਰ ਉਹਦੇ ਜਿਹਦਾ ਕਿ ਭਵਿੱਖ ਹੈ ਹੀ ਕੋਈ ਨਹੀਂ। ਸ਼ਾਇਦ ਇਸੇ ਕਰਕੇ ਕਿਤੇ ਕਿਤੇ ਸਿਆਣੇ ਲੋਕ ਦੇਖਦੇ ਨੇ ਕਿ ਇਸ ਆਉਣ ਵਾਲੀ ਜਨਰੇਸ਼ਨ ਦਾ ਭਵਿੱਖ ਕੀ ਹੋਵੇਗਾ, ਕਿਉਂਕਿ ਇਹ ਆਪਣੇ ਅਤੀਤ ਨੂੰ ਭੁੱਲਦਾ ਜਾ ਰਿਹਾ। ਔਰ ਮੇਰੇ ਮਹਾਰਾਜ ਤਾਂ ਕਹਿੰਦੇ ਨੇ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਬਾਬਿਆਂ ਦੀਆਂ ਗਾਥਾਵਾਂ ਹੀ ਸਾਨੂੰ ਅੱਗੇ ਵਧਾਉਂਦੀਆਂ ਨੇ। ਬਾਬਿਆਂ ਦੀਆਂ ਗਾਥਾਵਾਂ ਦੇ ਵਿੱਚੋਂ ਸਿੱਖਣਾ ਅਤੇ ਸਮਝਣਾ ਹੁੰਦਾ। ਅਤੇ ਬਾਬਿਆਂ ਦੀ ਗਾਥਾ ਕਿਹੜੀਆਂ ਅੱਜ ਸਾਨੂੰ ਸਾਡੇ ਸਤਿਗੁਰੂ ਦੱਸਦੇ ਨੇ। ਸਿੱਧੇ ਤੌਰ 'ਤੇ ਕਿਸੇ ਬਾਬਿਆਂ ਦਾ ਨਾਂ ਨਹੀਂ ਲੈਂਦੇ, ਕਿਉਂਕਿ ਗੁਰੂ ਸਾਹਿਬ ਦੇ ਬਹੁਤ ਸਾਰੇ ਬਚਨ ਦਾਰਸ਼ਨਿਕ ਅਤੇ ਰਹੱਸਵਾਦੀ ਹੁੰਦੇ ਨੇ। ਇਹ ਸਮੇਂ ਦੀ ਅਤੇ ਦੇਸ਼, ਜਿਹਨੂੰ ਅਸੀਂ ਫਿਲਾਸਫੀ ਦੇ ਵਿੱਚ ਦੇਸ਼ ਅਤੇ ਕਾਲ ਕਹਿੰਦੇ ਹੁੰਦੇ ਹਾਂ, ਇਹ ਦੇਸ਼ ਅਤੇ ਕਾਲ ਦੀ ਬੰਦਿਸ਼ ਤੋਂ ਮੁਕਤ ਨੇ। ਦੇਸ਼ ਸਮਝਣਾ ਵੀ ਕਿ ਮੰਨ ਲਓ ਸਾਡੇ ਦੇਸ਼ ਵਿੱਚ ਇੱਥੇ ਜਿਹੜੀ ਗੱਲ ਲਾਗੂ ਹੁੰਦੀ ਹੈ, ਔਰ ਜ਼ਰੂਰਤ ਇਹ ਨਹੀਂ ਕਿ ਅਮਰੀਕਾ, ਕੈਨੇਡਾ, ਬ੍ਰਿਟੇਨ ਵਿੱਚ, ਆਸਟ੍ਰੇਲੀਆ 'ਚ ਜੋ ਉਲਟੇ ਪਾਸੇ ਇੱਕ ਦੂਜੇ ਦੇ ਖੜੇ ਉੱਥੇ ਲਾਗੂ ਹੋ ਜਾਏਗੀ। ਐਸਾ ਸੰਭਵ ਨਹੀਂ ਹੈ, ਕਿਉਂਕਿ ਇਸ ਵਕਤ ਜੇ ਸਾਡੇ ਇੱਥੇ ਦਿਨ ਚੜ੍ਹ ਰਿਹਾ ਅਤੇ ਕਿਤੇ ਰਾਤ ਪੈ ਰਹੀ ਹੈ, ਜੇ ਸਾਨੂੰ ਕਿਤੇ ਇੱਥੇ ਠੰਡ ਲੱਗਦੀ ਅਤੇ ਕਿਤੇ ਲੋਕਾਂ ਨੂੰ ਗਰਮੀ ਲੱਗਦੀ ਹੋਣੀ ਆ। ਸਾਡਾ ਖਾਣ ਪਾਨ ਖੁਰਾਕ ਕਿਸ ਤਰ੍ਹਾਂ ਦੀ, ਉਹਨਾਂ ਦੀ ਖਾਣ ਪਾਨ ਖੁਰਾਕ ਕਿਸ ਤਰ੍ਹਾਂ ਦੀ ਹੋਏਗੀ। ਇਸ ਕਰਕੇ ਜੋ ਗੱਲਾਂ ਸਾਡੀਆਂ ਦੇਸ਼ ਦੇ ਮੁਤਾਬਕ ਇੱਥੇ ਲਾਗੂ ਨੇ, ਉਹ ਦੂਜੇ ਦੇਸ਼ ਵਿੱਚ ਜਾ ਕੇ ਲਾਗੂ ਨਹੀਂ ਹੋ ਸਕਦੀਆਂ। ਔਰ ਜੋ ਫਿਲਾਸਫੀ 'ਚ ਦੇਸ਼ ਹੁੰਦਾ ਹੈ, ਉਹ ਆਹ ਦੁਨੀਆ ਦੀ ਕੰਟਰੀ ਸਟੇਟ ਨਹੀਂ ਹੁੰਦੀ। ਜੋ ਫਿਲਾਸਫਿਕਨ ਦੇਸ਼ ਹੁੰਦੇ ਨੇ, ਉਹਦਾ ਮਤਲਬ ਹੁੰਦਾ ਦੂਜੇ ਇਲਾਕੇ 'ਚ, ਦੂਜੇ ਮਾਹੌਲ 'ਚ। ਮੰਨ ਲਓ ਜੋ ਆਪਣੇ ਘਰ ਅਸੀਂ ਵਰਦੇ ਹਾਂ, ਦੂਜੇ ਘਰ ਜਾ ਕੇ ਉੱਦਾਂ ਥੋੜ੍ਹਾ ਬੈਠੀ ਦਾ। ਦੂਜੇ ਦੇ ਘਰ ਅਸੀਂ ਉਸ ਤਰ੍ਹਾਂ ਨਹੀਂ ਰਹਿ ਸਕਦੇ, ਭਾਵੇਂ ਦੀਵਾਰ ਸਾਂਝੀ ਹੋਵੇ, ਪਰ ਫਿਰ ਵੀ ਸਾਨੂੰ ਉੱਥੇ ਅਲਰਟ ਹੋ ਕੇ ਬਹਿਣਾ ਪੈਂਦਾ, ਨਾ ਭਾਈ ਕਿਸੇ ਦੇ ਘਰ ਬੈਠੇ ਹਾਂ। ਜੋ ਆਪਣੇ ਦੇਸ਼ ਵਿੱਚ, ਆਪਣੇ ਘਰ ਵਿੱਚ ਲਾਗੂ ਹੈ, ਉਹ ਦੂਜੇ ਘਰ ਵਿੱਚ ਜਾ ਕੇ ਲਾਗੂ ਨਹੀਂ ਹੁੰਦਾ। ਪਰ ਗੁਰੂ ਸ਼ਬਦ ਜੋ ਇਸ ਘਰ 'ਚ ਲਾਗੂ ਹੈ, ਉਸ ਘਰ 'ਚ ਵੀ ਲਾਗੂ ਹੁੰਦਾ ਹੈ। ਇਸ 'ਤੇ ਇਹਦੇ ਉੱਤੇ ਦੇਸ਼ ਦੀ ਕੋਈ ਪਾਬੰਦੀ ਨਹੀਂ। ਪਹਾੜਾਂ ਦਾ ਰਹਿਣ ਵਾਲਾ ਵੀ ਜਪਜੀ ਸਾਹਿਬ ਦਾ ਪਾਠ ਕਰੇਗਾ, ਅਤਿਅੰਤ ਮਰਸਥਲਾਂ ਵਿੱਚ ਰਹਿਣ ਵਾਲਾ ਵੀ ਜਪਜੀ ਦਾ ਪਾਠ ਕਰੇਗਾ, ਅਤੇ ਕੋਈ ਫਰਕ ਨਹੀਂ ਪੈਂਦਾ। ਪਹਾੜਾਂ 'ਤੇ ਬੈਠਾ, ਸਰਦ ਬਰਫ਼ ਦੇ ਵਿੱਚ ਬੈਠਾ ਬੰਦਾ ਵੀ ਅਸੀਂ ਕਹਾਂਗੇ ਲੈ ਭਾਈ ਬਾਣੀ ਕਾ ਪਾਠ ਕਰ, ਉਹ ਵੀ ਆਸਾ ਕੀ ਵਾਰ ਦਾ ਕੀਰਤਨ ਕਰਦੇ ਨੇ। ਵੇਖਿਆ ਜਿਨ੍ਹਾਂ ਦੇ ਆਲੇ ਦੁਆਲੇ, ਜਿਹਨੂੰ ਦੇਸ਼ ਵਿਦੇਸ਼ ਵਿਚਰਨ ਦਾ ਵਕਤ ਮਿਲਿਆ ਹੈ, ਜਿੱਥੇ -40, 50 ਟੈਂਪਰੇਚਰ ਹੈ, ਉੱਥੇ ਤਾਂ ਬੈਠੇ ਲੋਕ ਪਾਠ ਕਰਦੇ ਨੇ, ਆਸਾ ਕੀ ਵਾਰ ਦਾ ਕੀਰਤਨ ਕਰ ਲੈਂਦੇ ਨੇ। ਅਤੇ ਜਿੱਥੇ 50 ਡਿਗਰੀ ਟੈਂਪਰੇਚਰ ਪਾਣੀ ਉਬਲ ਰਿਹਾ ਹੁੰਦਾ, ਉੱਥੇ ਤਾਂ ਲੋਕ ਪਾਠ ਕਰ ਲੈਂਦੇ ਨੇ। ਇਸੇ ਕਾਰਨ ਟਾਈਮ ਦੀ ਗੱਲ ਕਰੀਏ ਤਾਂ ਜੋ ਅੱਜ ਦੁਨਿਆਵੀ ਚੀਜ਼ਾਂ ਜੋ ਅੱਜ ਨੇ, ਉਹ 50 ਸਾਲ ਪਹਿਲਾਂ ਹੀ ਨਹੀਂ ਸਨ। 500 ਸਾਲ ਪਹਿਲਾਂ ਤਾਂ ਬੜੇ ਦੂਰ ਦੀ ਗੱਲ ਹੈ। ਅੱਜ ਜਿਨ੍ਹਾਂ ਦੀ ਉਮਰ ਵਡੇਰਿਆਂ ਦੀ 70, 80, 90 ਸਾਲ ਦੇ ਹੈ, ਉਹਨਾਂ ਨੂੰ ਪਤਾ ਹੋਏ ਕਿ ਜੋ 50 ਸਾਲ ਪਹਿਲਾਂ ਚੀਜ਼ਾਂ ਸਾਡੇ ਲੀੜੇ ਕੱਪੜੇ ਪਾਉਣ 'ਤੇ, ਸਾਡੇ ਘਰ ਦੀਆਂ ਖੁਸ਼ੀਆਂ ਗਮੀਆਂ ਦੇ ਰਸਮਾਂ ਰਿਵਾਜ ਸਨ, ਅੱਜ ਬਹੁਤ ਕੁਛ ਬਦਲ ਗਿਆ ਹੈ। ਉਹਨਾਂ ਦੇ ਵਹਿੰਦਿਆਂ ਵਹਿੰਦੇ ਅਗਲੇ 50 ਸਾਲਾਂ 'ਚ ਹੋਰ ਬਦਲ ਜਾਏਗਾ, ਅਤੇ ਪਿਛਲੇ 500 ਸਾਲ ਪਹਿਲਾਂ ਤਾਂ ਹੋਰ ਕੁਛ ਹੋਏਗਾ। ਇਸੇ ਕਰਕੇ ਕਿਤੇ ਕਿਤੇ ਲੋਕ ਪੌਰਾਣਿਕ ਗਾਥਾਵਾਂ ਦੇ ਨਾਲ ਸੰਬੰਧ ਸਥਾਪਿਤ ਨਹੀਂ ਹੋ ਪਾਉਂਦਾ, ਕਿਉਂਕਿ ਉਹ ਉਸ ਵਕਤ ਦੀਆਂ ਬਾਤਾਂ ਨੇ, ਅਤੇ ਉਹ ਉਸ ਵਕਤ ਚੰਗੀਆਂ ਸਨ, ਅੱਜ ਨਹੀਂ। ਪਰ ਗੁਰੂ ਸ਼ਬਦ ਇਸ ਸਮੇਂ ਦੀ ਸੀਮਾ ਤੋਂ ਵੀ ਮੁਕਤ ਹੈ। ਉਦੋਂ ਵੀ ਸੱਚ ਸੀ, ਅੱਜ ਵੀ ਸੱਚ ਹੀ ਹੈ,
ਹਜ਼ਾਰਾਂ ਸਾਲ ਪਹਿਲਾਂ ਵੀ ਸੱਚ ਸੱਚ ਹੀ ਸੀ ਅਤੇ ਹਜ਼ਾਰਾਂ ਸਾਲ ਬਾਅਦ ਵਿੱਚ ਵੀ ਸੱਚ ਨੇ ਸੱਚ ਹੀ ਰਹਿਣਾ ਹੈ, ਜਿਹਨੂੰ ਆਦਿ ਸੱਚ ਜੁਗਾਦ ਸੱਚ। ਐਵੇਂ ਨਹੀਂ ਇਸੇ ਸ਼ਬਦ ਨਾਲ ਜੁੜ ਕੇ ਰਾਗ ਤੋਂ ਪਹਿਲਾਂ ਮਹਾਰਾਜ ਨੇ ਪੂਰਾ ਮੂਲ ਮੰਤਰ ਸਾਨੂੰ ਦਿੱਤਾ ਹੈ ਆਦਿ ਸੱਚ ਵਾਲਾ, ਵੀ ਉਹ ਕਰਤਾ ਪੁਰਖ ਦਾ ਜੋ ਸਰੂਪ ਗੁਰੂ ਪ੍ਰਸਾਦ ਤੱਕ ਪ੍ਰਾਪਤ ਹੁੰਦਾ, ਨਿਰਭਉ ਨਿਰਵੈਰ ਤੇ ਕੋਈ ਪਾਬੰਦੀ ਨਹੀਂ, ਉਹ ਆਦਿ ਸੱਚ ਹੈ, ਜੁਗਾਦ ਸੱਚ ਹੈ। ਫਿਰ ਇਹ ਸੱਚ ਦੀ ਗੱਲ ਜਿਨ੍ਹਾਂ ਦੀ ਸਮਝ ਆ ਜਾਂਦੀ ਹੈ ਤੇ ਚੇਤਾ ਰੱਖੀ ਸੱਤ ਹੀ ਨਾਮ ਹੈ। ਅੱਜ ਬਚਨ ਹੈ ਨਾ, ਜਿਨੀ ਹਰ ਹਰ ਨਾਮ ਧਿਆਇਆ ਤਿਨੀ ਪਾਇੜੇ ਸਰਬ ਸੁਖਾ। ਸਾਡੇ ਵਿੱਚੋਂ ਹਰ ਕੋਈ ਜੀ ਸੁਖ ਤਲਾਸ਼ਦਾ ਹੈ, ਔਰ ਇਹ ਸਮਾਜਿਕ ਜਿਨ੍ਹਾਂ ਦੀ ਗੱਲਾਂ ਆਪਾਂ ਕਰਦੇ ਹਾਂ ਇਹਦੇ ਵਿੱਚ ਰਹਿੰਦੇ ਹਾਂ, ਦੇਸ਼ ਕਾਲ ਦੀ ਵਿਆਖਿਆਵਾਂ ਕਰਦੇ ਹਾਂ, ਅਤੀਤ ਅਤੇ ਵਰਤਮਾਨ ਦੀਆਂ ਵਿਆਖਿਆਵਾਂ ਦੇ ਵਿੱਚ ਉਲਝਦੇ ਹਾਂ, ਅਸੀਂ ਫਿਰ ਲੱਭਦੇ ਤੇ ਸੁੱਖ ਹੀ ਹਾਂ ਨਾ। ਭਾਵੇਂ ਕੋਈ ਪ੍ਰਾਚੀਨਤਾ ਦੇ ਤਰੀਕੇ ਨਾਲ ਸੁੱਖ ਲੱਭਦਾ ਹੈ ਅਤੇ ਭਾਵੇਂ ਕੋਈ ਨਵੇਂ ਐਡਵਾਂਸ ਟੈਕਨੋਲੋਜੀ ਵਰਤਦਾ ਅਤੇ ਤਾਂ ਸੁੱਖ ਲੱਭਦਾ ਹੈ, ਉਹ ਸੁੱਖ ਹੀ ਤੇ ਲੱਭਦਾ ਹੈ। ਅਕਸਰ ਅਸੀਂ ਕਈ ਵਾਰ ਜਦੋਂ ਗੱਲਾਂ ਬਾਤਾਂ 'ਚ ਬੈਠਦੇ ਹਾਂ, ਧਰਮ ਦੇ ਨਾਂ 'ਤੇ ਚਰਚੇ ਹੋਣ ਲੱਗ ਪੈਂਦੇ ਨੇ ਅਤੇ ਕੁਝ ਪਰੰਪਰਾਵਾਂ ਦੀਆਂ ਗੱਲਾਂ ਕਰਦੇ ਨੇ, ਕੁਝ ਨਵੀਨ ਟੈਕਨੋਲੋਜੀ ਦੀਆਂ ਗੱਲਾਂ ਕਰਦੇ ਨੇ। ਪਰੰਪਰਾਵਾਂ ਅਤੇ ਨਵੀਨ ਟੈਕਨੋਲੋਜੀ ਦੀਆਂ ਗੱਲਾਂ ਕਰਦਿਆਂ ਮਤਭੇਦ ਹੋ ਜਾਣਾ ਸੁਭਾਵਿਕ ਹੈ। ਇੱਕ ਵਿਅਕਤੀ ਕਹਿੰਦਾ ਨਹੀਂ ਜੀ ਸਾਡੇ ਤੇ ਬਾਬਿਆਂ ਨੇ ਦੇਖੋ ਇੱਦਾਂ ਦੇ ਲਿਬਾਸ ਪਾਏ ਸਨ, ਸਾਡੇ ਤੇ ਬਾਬਿਆਂ ਦੇ ਇਹੋ ਜਿਹੇ ਬਾਣੇ ਸਨ, ਅਸੀਂ ਵੀ ਇੱਦਾਂ ਦੇ ਹੀ ਪਾਣੇ ਨੇ। ਦੂਜਾ ਕਹਿੰਦਾ ਨਹੀਂ ਜੀ ਦੇਖੋ ਮਹਾਰਾਜ ਨੇ ਸਮੇਂ ਦੇ ਮੁਤਾਬਕ ਜੋ ਉਚਿਤ ਅਤੇ ਬਿਹਤਰੀਨ ਸੀ ਉਹ ਪਾਇਆ ਹੈ ਅਤੇ ਸਾਨੂੰ ਵੀ ਅੱਜ ਸਮੇਂ ਦੇ ਮੁਤਾਬਕ ਜੋ ਉਚਿਤ ਅਤੇ ਬਿਹਤਰ ਹੈ ਉਹ ਪਾਉਣਾ ਚਾਹੀਦਾ। ਲੱਗਦਾ ਦੋਨੋਂ ਅਲੱਗ ਅਲੱਗ ਨੇ, ਬਿਲਕੁਲ ਅਲੱਗ ਅਲੱਗ ਲੱਗਦੇ ਨੇ, ਪਰ ਇੱਕ ਚੀਜ਼ ਦੋਨਾਂ ਦੀ ਸਾਂਝੀ ਹੈ, ਉਹ ਦੋਨੋਂ ਆਪਣੇ ਗੁਰੂ ਦੀ ਗੱਲ ਨੂੰ ਆਪਣੇ ਤਰੀਕੇ ਨਾਲ ਮਨਾਉਣ ਲਈ ਬਸ ਜ਼ਿੱਦ ਨੇ। ਬਸ ਆਹ ਗਲਤ ਹੈ ਕਿ ਜ਼ਿੱਦ ਕਰ ਲੈਂਦੇ ਨੇ ਕਿ ਨਹੀਂ ਜੀ ਅਸੀਂ ਸਾਡੇ ਬਾਬਿਆਂ ਨੇ ਪਰੰਪਰਾ ਦਿੱਤੀ ਅਸੀਂ ਇੱਦਾਂ ਰਹਾਂਗੇ। ਦੂਜਾ ਕਹਿੰਦੇ ਨੇ ਬਾਬੇ ਨੇ ਗਿਆਨ ਦਿੱਤਾ ਹੈ, ਮਹਾਰਾਜ ਨੇ ਸਾਨੂੰ ਗਿਆਨ ਮਾਰਗ ਹੀ ਬਣਾਇਆ ਅਤੇ ਗਿਆਨ ਦੇ ਪੱਤੇ ਇੱਕ ਰੁੱਖ ਦੀ ਨਿਆਏ ਹੁੰਦੇ ਨੇ, ਹਰ ਵਕਤ ਬਦਲ ਜਾਂਦੇ ਨੇ। ਗਿਆਨ ਹੈ ਹੀ ਉਹ ਝੜਦਾ ਰਹਿੰਦਾ, ਬਦਲਦਾ ਰਹਿੰਦਾ ਹੈ। ਕੀ ਯਾਦ ਰੱਖਣਾ, ਗਿਆਨ ਦੇ ਐਵੇਂ ਨਹੀਂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ 'ਚ ਦੋ ਰੂਪ ਮਿਲਦੇ, ਇੱਕ ਨੂੰ ਔਂਕੜ ਲੱਗਾ ਹੁੰਦਾ ਅਤੇ ਇੱਕ ਔਂਕੜ ਤੋਂ ਰਹਿਤ ਹੈ। ਜਿੱਥੇ ਗਿਆਨ ਦੇ ਨਾਲ ਔਂਕੜ ਲੱਗ ਗਿਆ ਹੈ ਉਹ ਕਦੇ ਨਹੀਂ ਜੀ ਬਦਲੇਗਾ, ਇੱਕ ਸਮਾਨ ਸਦਾ ਇੱਕ ਹੈ। ਅਤੇ ਇੱਥੇ ਔਂਕੜ ਰਹਿਤ ਨੰਨਾ ਹੈ, ਉਹ ਅੱਜ ਹੋਰ ਹੈ, ਕੱਲ੍ਹ ਹੋਰ ਹੈ, ਪਰਸੋਂ ਹੋਰ ਹੋਏਗਾ। ਸਾਡਾ ਗਿਆਨ ਬਦਲ ਰਿਹਾ ਨਾ, ਅੱਜ ਤੋਂ 10 ਸਾਲ ਪਹਿਲਾਂ ਜੋ ਸਾਨੂੰ ਪਤਾ ਸੀ ਅੱਜ ਹੋਰ ਕੁਝ ਪਤਾ ਹੈ, ਉਸ ਤੋਂ ਪਿੱਛੇ ਹੋਰ ਪਤਾ ਸੀ ਅੱਜ ਹੋਰ ਪਤਾ ਹੈ, ਕੱਲ੍ਹ ਹੋਰ ਪਤਾ ਹੋਏਗਾ, ਗਿਆਨ ਬਦਲੇਗਾ। ਖੈਰ ਜਿਨ੍ਹਾਂ ਨੂੰ ਇਸ ਸੰਸਾਰ ਦੇ ਮਸਲਿਆਂ ਦੇ ਵਿੱਚ ਰਹਿੰਦੇ ਆ ਇੱਕ ਇਹ ਤੋਂ ਅਗਲੇ ਲੈਵਲ ਦੀ ਗੱਲ ਸਮਝ ਆ ਗਈ, ਉਹ ਹੈ ਵਾਹਿਗੁਰੂ ਜੀ ਦੇ ਨਾਮ ਦੀ। ਕਿ ਸਾਰੇ ਸਿਲਸਿਲੇ ਵਿੱਚ ਭਾਵੇਂ ਕੋਈ ਪਰੰਪਰਾਵਾਦੀ ਹੈ ਅਤੇ ਭਾਵੇਂ ਕੋਈ ਐਡਵਾਂਸ ਟੈਕਨੋਲੋਜੀ ਨੂੰ ਮੰਨਦਾ ਹੈ, ਠੀਕ ਹੈ। ਸਮਾਜ ਵਿੱਚ ਦੋ ਧਾਰਾਵਾਂ ਸਦੀਆਂ ਤੋਂ ਰਹੀਆਂ ਨੇ ਅਤੇ ਸਦੀਆਂ ਤੱਕ ਰਹਿਣੀਆਂ ਨੇ, ਔਰ ਇਹਨਾਂ ਦਾ ਟਕਰਾਅ ਵੀ ਸਦੀਵ ਰਿਹਾ ਹੈ। ਔਰ ਪੂਰਨ ਮਨੁੱਖ ਦੀ ਬਣਤਰ ਦੇ ਵਿੱਚ ਦੋਨਾਂ ਦਾ ਸੁਮੇਲ ਹੋਣਾ ਜ਼ਰੂਰੀ ਹੈ। ਪਰ ਸਾਡੀ ਕਮਜ਼ੋਰੀ ਕਹਿ ਲਿਆ ਜਾਏ ਜਾਂ ਮਜਬੂਰੀ ਕਹਿ ਲਿਆ ਜਾਏ, ਅਸੀਂ ਇਹਨਾਂ ਨੂੰ ਰੇਲਵੇ ਦੇ ਟਰੈਕ ਵਾਂਗ ਪੈਰਲਰ ਬਣਾ ਲਿਆ। ਉਹ ਕਹਿੰਦੇ ਅਸੀਂ ਨਹੀਂ ਮੰਨਦੇ, ਉਹ ਕਹਿੰਦੇ ਅਸੀਂ ਨਹੀਂ ਮੰਨਦੇ। ਚਲੋ ਫਿਰ ਵੀ ਅੰਤਰ ਖਾਤੇ ਜੁੜੇ ਹੋਏ ਨੇ, ਚੱਲਦੇ ਰਹਿਣੇ ਨੇ। ਪਰ ਇੱਕ ਤੀਸਰੀ ਧਿਰ ਹੁੰਦੀ ਹੈ ਜੋ ਕੁਝ ਪ੍ਰਾਚੀਨਤਾ ਦੀਆਂ ਗੱਲਾਂ ਸਮਝ ਲੈਂਦੀ ਹੈ, ਲੋੜ ਮੁਤਾਬਕ ਨਵੀਨਤਾ ਨੂੰ ਵਰਤ ਲੈਂਦੀ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਇਹੀ ਹੈ, ਜਿਹੜੀਆਂ ਚੀਜ਼ਾਂ ਤੁਹਾਨੂੰ ਪ੍ਰਾਚੀਨਤਾ 'ਚੋਂ ਚਾਹੀਦੀਆਂ ਨੇ ਵਰਤ ਲਓ। ਕਿਉਂਕਿ ਸਾਜੋ ਸਮਾਨ ਘਰ ਬਣਾਉਣਾ ਹੋਵੇ ਨਾ ਤਾਂ ਆਪਾਂ ਕਈ ਵਾਰ ਕਬਾੜ 'ਚੋਂ ਬਹੁਤ ਕੁਝ ਲੈ ਲਈਦਾ ਅਤੇ ਬਾਜ਼ਾਰ 'ਚੋਂ ਨਵਾਂ ਬੜਾ ਕੁਝ ਲੈ ਆਈਦਾ, ਮਿਲਾ ਕੇ ਘਰ ਦਾ ਨਵਾਂ ਸਾਮਾਨ ਵਰਤੋਂ ਦਾ ਬਣ ਜਾਂਦਾ। ਇਸੇ ਤਰ੍ਹਾਂ ਜਿਹੜੀਆਂ ਗੱਲਾਂ ਪੁਰਾਣੀਆਂ ਨੇ ਉਹ ਅਤੇ ਨਵੀਆਂ ਉਹ ਮਿਲ ਕੇ ਸਮਾਜਿਕ ਤਾਂ ਢਾਂਚਾ ਸਾਡਾ ਮੁਕੰਮਲ ਹੁੰਦਾ ਹੈ। ਪਰ ਇਹਦੇ ਵਿੱਚ ਇੱਕ ਤੀਜੀ ਗੱਲ ਹੋਰ ਹੈ ਜੋ ਅਦ੍ਰਿਸ਼ ਹੈ, ਕਿ ਜੋ ਨਵਾਂ ਅਤੇ ਪੁਰਾਣਾ ਜੋੜ ਕੇ ਅਸੀਂ ਬਣਾਵਾਂਗੇ ਉਹ ਹੰਡੇਗਾ, ਕਿ ਉਹਦੇ ਵਿੱਚੋਂ ਸੁੱਖ ਵੀ ਮਿਲੇਗਾ। ਇੱਥੇ ਆ ਕੇ ਮਨੁੱਖ ਰੁਕ ਜਾਂਦਾ ਹੈ।
ਮਨੁੱਖ ਇਹ ਤੇ ਕਹਿ ਸਕਦਾ, ਦੇਖੋ ਜੀ ਮੈਂ ਢਾਂਚਾ ਬਣਾ ਦਿੱਤਾ ਹੈ, ਹੰਡੇਗਾ ਵੀ, ਇਹ ਵੀ ਕਹਿ ਦੇਣਾ ਕਿ 2 4 10 ਸਾਲ ਹੰਡ ਜਾਏਗਾ, ਪਰ ਵਰਤਣ ਵਾਲਿਆ ਤੈਨੂੰ ਸੁੱਖ ਮਿਲੇਗਾ ਕਿ ਨਹੀਂ, ਇਹ ਦਾਵਾ ਨਹੀਂ। ਆਪਾਂ ਜਦੋਂ ਵੀ ਕਿਸੇ ਕਾਰੀਗਰ ਤੋਂ ਸਟਰਕਚਰ ਬਣਾਉਂਦੇ ਹਾਂ, ਇਮਾਰਤ ਬਣਾਉਂਦੇ ਹਾਂ, ਉਹ ਇਹਨਾਂ ਤੇ ਕਰ ਸਕਦਾ, ਠੀਕ ਹੈ ਭਾਈ ਮੈਂ ਤੇਰੀਆਂ ਇੱਟਾਂ ਪੁਰਾਣੀਆਂ ਲੈ ਲਾਂਗਾ, ਲੱਕੜ ਥੋੜ੍ਹੀ ਪੁਰਾਣੀ ਵਰਤ ਲਾਂਗਾ, ਕੁਝ ਨਵੀਂ ਲੈਵਾਂਗਾ, ਤੈਨੂੰ ਮਕਾਨ ਬਣਾ ਕੇ ਨਵਾਂ ਪੁਰਾਣੇ ਦਾ ਸਾਂਝਾ ਜਾ ਦੇ ਦਿਆਂਗਾ, ਮਜ਼ਬੂਤ ਵੀ ਹੋਵੇਗਾ, 10 ਸਾਲ 20 ਸਾਲ ਜਾਂਦਾ ਕਿਤੇ ਨਹੀਂ। ਪਰ ਇਹ ਤੇਰੇ ਭਾਗ ਕਿ ਇਹਦੇ ਵਿੱਚ ਰਹਿ ਕੇ ਤੂੰ ਸੁਖੀ ਹੋਏਗਾ ਕਿ ਨਹੀਂ, ਇਹ ਤੇਰੇ ਭਾਗਾਂ ਦੀ ਗੱਲ ਹੈ। ਉਹ ਜੋ ਗੱਲ ਅਗਲੀ ਹੈ ਨਾ ਕਿ ਜੋ ਸੁੱਖ ਹੋਏਗਾ ਕਿ ਨਹੀਂ ਸੁੱਖ ਹੋਏਗਾ, ਫਿਰ ਉਹ ਸੰਸਾਰ ਦੀ ਪਰੰਪਰਾਵਾਂ ਦੇ ਵਿੱਚ ਨਹੀਂ ਹੈ, ਨਵੀਨ ਟੈਕਨੋਲੋਜੀ ਦੇ ਵਿੱਚ ਵੀ ਨਹੀਂ ਹੈ। ਉਹ ਕਿੱਥੇ ਫਿਰ? ਅਸੀਂ ਕਹਾਂਗੇ ਸੁੱਖ ਤੇ ਭਾਗਾਂ ਦਾ ਹੁੰਦਾ ਹੈ, ਬਿਲਕੁਲ ਭਾਗਾਂ ਦਾ ਹੁੰਦਾ ਹੈ। ਅਤੇ ਭਾਗ ਕਿਹਦੇ ਨੇ? ਭਾਗ ਤੇ ਸਾਡੇ ਨੇ ਨਾ। ਫਿਰ ਅਸੀਂ ਢਾਂਚਾ ਨਾ ਬਦਲੀਏ, ਢਾਂਚੇ 'ਤੇ ਬਹਿਸਾਂ ਨਾ ਕਰੀਏ, ਸੁੱਖ 'ਤੇ ਵਿਚਾਰ ਕਰੀਏ, ਦੁੱਖ ਦੀ ਵਿਚਾਰ ਕਰੀਏ। ਇਸੇ ਕਰਕੇ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਨੂੰ ਜਦੋਂ ਅਸੀਂ ਅਧਿਐਨ ਦੇ ਰੂਪ 'ਚ ਪੜ੍ਹਦੇ ਹਾਂ, ਹੁਕਮ ਦੇ ਰੂਪ 'ਚ ਪੜ੍ਹਦੇ ਹਾਂ, ਇੱਥੇ ਸਾਡੀਆਂ ਪਰੰਪਰਾਵਾਂ 'ਤੇ ਕੋਈ ਬਹਿਸ ਨਹੀਂ ਜੀ। ਅੱਜ ਨੇ ਮੇਰੇ ਤੋਂ ਉਮਰਦਰਾਜ ਵੱਡੇ ਸਿਆਣੇ ਬਜ਼ੁਰਗ ਬੈਠੇ ਜਿਨ੍ਹਾਂ ਬਹੁਤ ਅਧਿਐਨ ਕੀਤਾ ਹੈ, ਪਾਵਨ ਬਾਣੀ ਵਿੱਚ ਕਿਸੇ ਵੀ ਲਿਬਾਸ 'ਤੇ ਬਹਿਸ ਨਹੀਂ, ਕਿਸੇ ਪਰੰਪਰਾ ਦੇ ਕਰਮਾਂ ਦੇ ਜੁਗਤਾਂ 'ਤੇ ਬਹਿਸ ਨਹੀਂ, ਸਾਡੇ ਘਰਾਂ 'ਚ ਕੀ ਕੁਛ ਹੁੰਦਾ 'ਤੇ ਕੋਈ ਬਹਿਸ ਨਹੀਂ ਹੈ। ਅਗਰ ਵਿਚਾਰ ਬਹਿਸ ਦੇ ਰੂਪ 'ਚ ਹੈ ਤੇ ਮਨ ਦੇ ਦੁੱਖ ਤੇ ਸੁੱਖ ਦੇ ਅਨੁਭਵਾਂ ਦੀ ਬਹਿਸ ਹੈ, ਬਲਕਿ ਗੁਰਬਾਣੀ 'ਤੇ ਬਹਿਸ ਹੈ ਹੀ ਨਹੀਂ, ਵਿਚਾਰ ਹੈ। 2 4 ਥਾਵਾਂ 'ਤੇ ਗੋਸ਼ਟੀਆਂ ਦੇ ਰੂਪ 'ਚ ਸੰਵਾਦ ਹੈ, ਉੱਥੇ ਵੀ ਇਹਨਾਂ ਚੀਜ਼ਾਂ ਦੀ ਗੱਲ ਹੈ ਕਿ ਸੁਖੀ ਕਿਵੇਂ ਹੋਈਏ। ਇੱਕ ਵਚਨ ਮਿਟ ਹੈ ਕਲੇਸ਼ ਸੁਖੀ ਹੋਏ ਰਹੀਏ, ਇਹ ਕਿੱਦਾਂ ਹੋਏਗਾ? ਭਾਵੇਂ ਉਹ ਭਰਥਰੀ ਦੇ ਨਾਂ 'ਤੇ, ਭਾਵੇਂ ਗੋਰਖ ਦੇ ਨਾਂ 'ਤੇ, ਭਾਵੇਂ ਭੰਗਰ ਨਮਸ਼ੰਦਰ ਨਾਥ ਦੇ ਨਾਂ 'ਤੇ, ਭਾਵੇਂ ਕਿਸੇ ਪੰਡਤ ਮੌਲਵੀ ਦੇ ਨਾਂ 'ਤੇ ਚਰਚਾ ਜੋ ਗੋਸ਼ਟੀਆਂ ਨੇ ਹੋਈਆਂ ਨੇ, ਮਸਲਾ ਇੱਕੋ ਹੀ ਰਿਹਾ ਹੈ ਕਿ ਬਾਬਾ ਸੁਖੀ ਕਿਵੇਂ ਹੋਈ। ਅਲਟੀਮੇਟ ਆ ਜੋ ਕੁਝ ਵੀ ਸਮਾਜਿਕ ਢਾਂਚਾ ਇਹਦੇ ਵਿੱਚ ਸੁਖੀ ਕਿਵੇਂ ਹੋਈ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਸੁਖੀ ਹੋਣ ਦਾ ਜੋ ਜੁਗਤ ਦਿੱਤੀ, ਫਾਰਮੂਲਾ ਦਿੱਤਾ ਹੈ, ਉਹ ਹੈ ਨਾਮ ਦੇ ਸਦਕੇ। ਜਿਸ ਨੂੰ ਹੋਰ ਸਮਝ ਨਾ ਹੋਵੇ, ਅਸਾਂ ਦੇ ਜੋ ਸਰੀਰਕ ਢਾਂਚਾ ਬਣਿਆ ਹੈ, ਸਾਡੀ ਨਿੱਜੀ, ਹੁਣ ਨਿੱਜੀ ਗੱਲ ਕਰੀਏ ਤਾਂ ਨਿੱਜੀ 2 ਪ੍ਰਕਾਰ ਦੀ ਭੁੱਖ ਸਿਆਣੇ ਮੰਨੀ ਹੈ, 2 ਪ੍ਰਕਾਰ ਦਾ ਸੁੱਖ ਮੰਨਿਆ ਹੈ, 2 ਪ੍ਰਕਾਰ ਦਾ ਦੁੱਖ ਮੰਨਿਆ ਹੈ। ਇੱਕ ਨੂੰ ਅਸੀਂ ਅੰਦਰੂਨੀ ਕਹਿੰਦੇ ਹੁੰਦੇ ਹਾਂ, ਇੱਕ ਨੂੰ ਅਸੀਂ ਬਾਹਰੀ ਕਹਿੰਦੇ ਹੁੰਦੇ ਹਾਂ। ਇੱਕ ਭੁੱਖ ਹੈ ਸਾਡੇ ਤਨ ਦੀ, ਜਿਵੇਂ ਸਾਨੂੰ ਭੋਜਨ ਚਾਹੀਦਾ ਭਾਈ, ਵਸਤਰ ਚਾਹੀਦੇ ਨੇ, ਇਹ ਭੁੱਖ ਹੈ ਨਾ, ਇੱਕ ਜ਼ਰੂਰਤ ਹੈ। ਹੁਣ ਸਰਦੀ ਵੱਧਦੀ ਜਾਂਦੀ, ਸਾਡੇ ਕੱਪੜਿਆਂ ਦੀ ਜ਼ਰੂਰਤ ਵੱਧਦੀ ਜਾਂਦੀ ਹੈ, ਸਮੇਂ ਦੇ ਨਾਲ ਸਰਦੀ ਘਟਦੀ ਜਾਣੀ, ਇਹ ਕੱਪੜੇ ਬਦਲਦੇ ਜਾਣੇ ਨੇ, ਸਾਡੀ ਖੁਰਾਕ ਬਦਲ ਜਾਣੀ, ਸਾਡਾ ਲਿਬਾਸ ਬਦਲ ਜਾਣਾ ਹੈ। ਇਹ ਸਰੀਰ ਦੀ ਭੁੱਖ ਹੈ। ਸਮੇਂ ਦੇ ਨਾਲ ਸਰੀਰ ਦੀਆਂ ਭੁੱਖਾਂ ਬਦਲਦੀਆਂ ਨੇ, ਸਮੇਂ ਦੇ ਨਾਲ ਸਰੀਰਕ ਅਸੀਂ ਲਿਬਾਸ ਬਦਲ ਲੈਂਦੇ ਹਾਂ, ਕਿਉਂਕਿ ਸਰੀਰਕ ਭੁੱਖ ਹੈ। ਇਹਦੇ ਨਾਲ ਹੀ ਨਾਲ ਇੱਕ ਭੁੱਖ ਸਾਡੇ ਮਨ ਵਿੱਚ ਹੈ। ਮਨ ਦੀਆਂ ਭੁੱਖਾਂ ਕਿਵੇਂ ਮਿਟਣਗੀਆਂ? ਮਨ ਦੀ ਭੁੱਖ ਨੂੰ ਤ੍ਰਿਸ਼ਨਾ ਕਿਹਾ ਪਾਵਨ ਬਾਣੀ ਵਿੱਚ, ਤਨ ਦੀ ਭੁੱਖ ਨੂੰ ਤੇ ਭੁੱਖ ਹੀ ਕਿਹਾ ਹੈ। ਸ਼ੁਦਾ ਕਿਤੇ ਕਿਤੇ ਖੁਦਾ ਕਿਹਾ, ਖੁਦਿਆ ਸ਼ਬਦ ਵਰਤਿਆ ਗਿਆ। ਕਈ ਵਾਰ ਮਨ ਦੀ ਭੁੱਖ ਦਾ ਨਾਮ ਮਹਾਰਾਜ ਨੇ ਤ੍ਰਿਸ਼ਨਾ ਰੱਖਿਆ। ਤ੍ਰਿਸ਼ਨਾ ਕਿਵੇਂ ਪੁੱਜੇਗੀ? ਤਨ ਦੀ ਭੁੱਖ ਤੇ ਮਿਟ ਗਈ, 2 ਰੋਟੀਆਂ ਖਾ ਲਈਆਂ, ਭਾਵੇਂ ਕਿਸੇ ਨੇ ਤਲੀ ਤੇ ਧਰ ਕੇ ਖਾ ਲਈਆਂ, ਤੇ ਭਾਵੇਂ ਕਿਸੇ ਨੇ ਸੋਨੇ ਜਾਂ ਚਾਂਦੀ ਦੀ ਥਾਲੀ 'ਚ ਰੱਖ ਕੇ ਖਾ ਲਈਆਂ, ਮਤਲਬ ਤੇ ਭੁੱਖ ਮਿਟਾਣਾ ਸੀ ਨਾ, ਯਾਦ ਰੱਖਣਾ। ਇਸੇ ਤਰ੍ਹਾਂ ਸਮਝ ਆ ਜਾਏ, ਅਗਰ ਭਾਵੇਂ ਕੋਈ ਪੱਤੇ 'ਤੇ ਰੋਟੀ ਰੱਖ ਕੇ ਖਾ ਰਿਹਾ ਹੈ ਜਾਂ ਚਾਂਦੀ ਸੋਨੇ ਦੀ ਥਾਲੀ 'ਚ ਰੱਖ ਕੇ ਰੋਟੀ ਖਾ ਰਿਹਾ ਹੈ, ਮਕਸਦ ਉਹਦਾ ਆਪਣੀ ਭੁੱਖ ਮਿਟਾਉਣਾ ਹੈ। ਇਸੇ ਤਰ੍ਹਾਂ ਭਾਵੇਂ ਕੋਈ ਤੁਰਿਆ ਫਿਰਦਾ ਨਾਮ ਜਪਦਾ ਹੈ, ਭਾਵੇਂ ਕੋਈ ਬਹਿ ਕੇ ਜਪਦਾ ਹੈ, ਭਾਵੇਂ ਕੋਈ ਪਾਠ ਕਰਕੇ ਜਪਦਾ ਹੈ, ਭਾਵੇਂ ਕੋਈ ਕੀਰਤਨ ਰਾਹੀਂ ਜਪਦਾ ਹੈ, ਭਾਵੇਂ ਕੋਈ ਅੱਖਾਂ ਮੀਟ ਕੇ ਧਿਆਨ ਧਾਰਨਾ 'ਚ ਬੈਠਾ ਹੋਏ, ਭਾਵੇਂ ਕੋਈ ਗਹਿਨ ਪੋਥੀਆਂ ਦਾ ਅਧਿਐਨ ਕਰਦਾ ਪਿਆ, ਉਹ ਖੁਰਾਕ ਮਨ ਦੀ ਹੀ ਲੱਭਦਾ ਪਿਆ ਅਤੇ ਉਹਦੇ ਵਿੱਚੋਂ ਸੁੱਖ ਦੀ ਤਲਾਸ਼ ਹੈ। ਮਹਾਰਾਜ ਕਹਿਣ ਲੱਗੇ ਕਿ ਬਸ ਸਾਨੂੰ ਸਮਝ ਆ ਜਾਏ, ਜਿਨ੍ਹਾਂ ਨੂੰ ਵੀ ਵਾਹਿਗੁਰੂ ਜੀ ਦੇ ਨਾਮ ਦੀ ਭੁੱਖ ਲੱਗ ਗਈ, ਸਮਝ ਆ ਗਈ ਕਿ ਮੇਰੇ ਸੰਸਾਰ ਦੇ ਜੋ ਦੁੱਖ ਨੇ ਉਹਨਾਂ ਦਾ ਇਲਾਜ ਪਦਾਰਥਾਂ ਵਿੱਚ ਨਹੀਂ, ਉਹਨਾਂ ਦਾ ਇਲਾਜ ਮੇਰੇ ਵਾਹਿਗੁਰੂ ਜੀ ਦਾਤਾ ਜੀ ਦੇ ਨਾਮ ਦੇ ਵਿੱਚ ਹੈ, ਅਤੇ ਫਿਰ ਉਹ ਨਾਮ ਦੀ ਤਲਾਸ਼ ਕਰਦਾ ਹੈ।
ਅਸੀਂ ਤੁਸੀਂ ਜਿਹੜੇ ਇੱਥੇ ਬੈਠੇ ਹਾਂ, ਜੇ ਆਪਣੇ ਅੰਦਰ ਕਿਤੇ ਝਾਤ ਪਾ ਕੇ ਦੇਖੀਏ, ਸਾਨੂੰ ਸਮਝ ਆ ਗਈ ਹੈ ਕਿ ਸਾਡੇ ਅੰਦਰੂਨੀ ਕਲੇਸ਼ ਅਤੇ ਸਾਡੇ ਸੰਸਾਰ ਦੇ ਕਲੇਸ਼, ਸਾਡੇ ਦੁੱਖਾਂ ਦਾ ਇਲਾਜ ਮੇਰੇ ਸਾਹਿਬ ਦਾ ਨਾਮ ਹੈ। ਅਗਲੀ ਗੱਲ ਸਾਨੂੰ ਪਤਾ ਵੀ ਲੱਗ ਜਾਂਦਾ ਹੈ ਕਿ ਨਾਮ ਦੁੱਖਾਂ ਦਾ ਦਾਰੂ ਤੇ ਹੈ, ਪਰ ਮੈਨੂੰ ਉਤਨਾ ਨਾਮ ਜਪਿਆ ਨਹੀਂ ਜਾ ਰਿਹਾ ਜਿਤਨਾ ਚਾਹੀਦਾ ਹੈ। ਮੇਰੇ ਅੰਦਰ ਅਜੇ ਨਾਮ ਦੀ ਉਹ ਭੁੱਖ ਨਹੀਂ ਪੈਦਾ ਹੋ ਪਾ ਰਹੀ ਕਿ ਮੈਨੂੰ ਸੁੱਤਿਆਂ ਬੈਠਿਆਂ ਉੱਠਦਿਆਂ ਜਾਗਦਿਆਂ ਨਾਮ ਵਾਹਿਗੁਰੂ ਵਾਹਿਗੁਰੂ ਚੱਲਦਾ। ਅਜੇ ਸਾਨੂੰ ਕੋਸ਼ਿਸ਼ ਕਰਕੇ ਤਰੱਦਦ ਕਰਨੀ ਪੈ ਰਹੀ ਹੈ। ਫਿਰ ਵੀ ਸਾਡੀ ਥੋੜ੍ਹੀ ਥੋੜ੍ਹੀ ਭੁੱਖ ਖੁੱਲ੍ਹ ਰਹੀ ਹੈ। ਗੁਰੂ ਕਿਰਪਾ ਕਰਨ ਸਾਡੀ ਭੁੱਖ ਖੁੱਲ੍ਹੇ। ਜਿਵੇਂ ਸੰਸਾਰ ਦੀ ਕਿਸੇ ਨੂੰ ਭੁੱਖ ਨਹੀਂ ਲੱਗਦੀ ਅਤੇ ਲੋਕ ਕੀ ਕਹਿੰਦੇ ਨੇ, ਇਹ ਬਿਮਾਰ ਹੋ ਸਕਦਾ ਹੈ। ਆ ਵੱਡੇ ਨੂੰ ਪਤਾ ਹੋਣਾ, ਕਿਸੇ ਛੋਟੇ ਛੋਟੇ ਬਾਲਕੇ ਰੋਟੀ ਨਾ ਖਾਣ ਅਤੇ ਕੀ ਕਹਿੰਦੇ ਨੂੰ ਭੁੱਖ ਨਹੀਂ ਲੱਗਦੀ। ਅਸੀਂ ਵੀ ਕਦੇ ਕਹਿੰਦੇ ਅੱਜ ਰੋਟੀ ਖਾਣ ਨੂੰ ਚਿੱਤ ਨਹੀਂ ਕਰਦਾ, ਕਿਉਂ? ਭੁੱਖ ਨਹੀਂ ਲੱਗੀ। ਇੱਕ ਸਮਾਂ, ਦੋ ਸਮਾਂ, ਤਿੰਨ ਸਮਾਂ, 4-5 ਵਕਤ ਅਗਰ ਕੋਈ ਕਹੇ ਕਿ ਮੈਨੂੰ ਭੁੱਖ ਨਹੀਂ ਹੈ, ਅਤੇ ਘਰ ਦੇ ਸਿਆਣੇ ਜੀ ਚਿੰਤਿਤ ਹੁੰਦੇ ਨੇ ਵੀ ਕੋਈ ਪੇਟ 'ਚ ਪਰੇਸ਼ਾਨੀ ਤਾਂ ਨਹੀਂ, ਹਾਜ਼ਮਾ ਖਰਾਬ ਤਾਂ ਨਹੀਂ, ਇਲਾਜ ਕਰੀਏ, ਦਵਾ ਦਾਰੂ ਚੂਰਨ ਦਈਏ। ਇਸੇ ਤਰ੍ਹਾਂ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਅਗਰ ਕਿਸੇ ਮਨੁੱਖ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਦੇ ਪ੍ਰਤੀ ਭੁੱਖ ਪੈਦਾ ਨਹੀਂ ਹੋ ਰਹੀ, ਅਤੇ ਸਮਝ ਲੈਣਾ ਉਹਦਾ ਅੰਦਰੂਨੀ ਹਾਜ਼ਮਾ ਖਰਾਬ ਤੇ ਨਹੀਂ, ਪਰ ਉਹਦਾ ਇਲਾਜ ਅਸੀਂ ਤੁਸੀਂ ਕਰਨ ਦੇ ਨਾ ਸੋਚਦੇ ਹਾਂ, ਨਾ ਤੇ ਸਾਨੂੰ ਪਤਾ ਲੱਗਦਾ। ਪਰ ਚੇਤਾ ਰੱਖਣਾ, ਜਿਵੇਂ ਬਾਹਰਲੇ ਸਰੀਰਕ ਪੱਧਰ 'ਤੇ ਭੁੱਖ ਦਾ ਇਲਾਜ ਚੂਰਨ ਆਦਿਕ ਨੇ, ਦਵਾ ਦਾਰੂ ਹੈ, ਇਸੇ ਤਰ੍ਹਾਂ ਅੰਦਰਲੀ ਜੋ ਭੁੱਖ ਹੈ ਉਹ ਨਹੀਂ ਲੱਗ ਰਹੀ ਨਾ, ਉਹਦਾ ਇਲਾਜ ਵੀ ਗੁਰਮੁਖਾਂ ਦੇ ਕੋਲ ਹੁੰਦਾ ਹੈ। ਇਸੇ ਕਰਕੇ ਗੁਰਮੁਖ ਉਪਦੇਸ਼ ਦਿੰਦੇ, ਕਹਿੰਦੇ ਨੇ, ਆ ਭਾਈ ਇੱਥੇ ਬੈਠ ਕੇ ਸੁਣਿਆ ਕਰ, ਕਥਾ ਕੀਰਤਨ ਸੁਣਿਆ ਕਰ, ਹੌਲੀ 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 ਤੇਰਾ ਹਾਜ਼ਮਾ, ਸਮਝਣਾ, ਸੁਰਤਨਾ, ਵਿਚਾਰਨਾ ਦੁਰਸਤ ਹੁੰਦਾ ਜਾਏਗਾ ਅਤੇ ਤੇਰੇ ਅੰਦਰ ਚਾਅ ਪੈਦਾ ਹੋਵੇਗਾ, ਮੈਂ ਵੀ ਇੱਦਾਂ ਜਪਾਂ, ਮੈਂ ਵੀ ਇੱਦਾਂ ਕਰਾਂ। ਸ਼ਾਇਦ ਪਹਿਲਾਂ ਤਾਂ ਕਹਿੰਦਾ ਸ਼ਾਇਦ ਮੈਨੂੰ ਵੀ ਸੁੱਖ ਮਿਲ ਜਾਏ, ਅਤੇ ਥੋੜ੍ਹਾ ਥੋੜ੍ਹਾ ਮਿਲਣ ਲੱਗ ਪੈਂਦਾ, ਫਿਰ ਉਸਨੂੰ ਵਧਣ ਲੱਗ ਪੈਂਦਾ। ਇਸੇ ਕਰਕੇ ਜਿਉਂ ਜਿਉਂ ਵਧਾਈਏ ਤਿਉਂ ਤਿਉਂ ਹਰ ਸਿਉ ਰੰਗ। ਇਸੇ ਕਰਕੇ ਥੋੜ੍ਹਾ ਥੋੜ੍ਹਾ ਤੁਰੇ ਜਾਈਏ। ਪਾਵਨ ਬਾਣੀ 'ਚ ਇੱਕ ਬੜਾ ਪਿਆਰਾ ਬਚਨ ਆਪ ਜੀ ਪਾਠ ਕਰਦੇ ਹੋਗੇ, ਸਾਚੇ ਨਾਮ ਕੀ ਲਾਗੈ ਭੂਖ। ਜਦੋਂ ਸੱਚੇ ਨਾਮ ਦੀ ਭੁੱਖ ਖੁੱਲ੍ਹ ਜਾਂਦੀ ਹੈ, ਲੱਗ ਜਾਂਦੀ, ਤਾਂ ਨਤੀਜਾ ਕੀ ਨਿਕਲਦਾ? ਭੁੱਖ ਹੈ ਖਾਏ ਚਲੀਏ ਹੈ ਦੁੱਖ। ਸੰਸਾਰ ਦੇ ਦੁੱਖ ਇਸ ਅੰਦਰਲੀ ਭੁੱਖ ਦੇ ਸਦਕੇ ਫਿਰ ਮਿਟਦੇ ਨੇ। ਬਸ ਫਰਕ ਇਤਨਾ ਹੈ ਕਿ ਸੱਚੇ ਨਾਮ ਦੀ ਭੁੱਖ ਲੱਗ ਜਾਏ, ਅਤੇ ਜਿਉਂ ਸੱਚੇ ਨਾਮ ਦੀ ਭੁੱਖ ਲੱਗੇਗੀ ਤਾਂ ਫਿਰ ਕੀ ਕਰਾਂਗੇ? ਸੱਚੇ ਨਾਮ ਦੀ ਖੁਰਾਕ ਪ੍ਰਾਪਤ ਕਰਾਂਗੇ। ਅਤੇ ਸੱਚੇ ਨਾਮ ਦੀ ਖੁਰਾਕ ਕਿਹਦੇ ਵਿੱਚੋਂ ਮਿਲਣੀ ਹੈ? ਭਈ ਬਾਣੀ 'ਚੋਂ। ਅਤੇ ਬਾਣੀ ਨੂੰ ਪੜ੍ਹਨ ਦੇ ਸਾਡੇ ਕੋਲ 2-3 ਤਰੀਕੇ ਨੇ, ਚੌਥਾ ਤਰੀਕਾ ਸਾਡੇ ਕੋਲ ਹੈ ਨਹੀਂ ਵੀ ਜਾਂ ਬੈਠ ਕੇ ਪੋਥੀ ਸਾਹਿਬ, ਗੁਟਕਾ ਸਾਹਿਬ ਲੈ ਕੇ ਪਾਠ ਕਰਾਂਗੇ, ਜਾਂ ਬੈਠ ਕੇ ਕੀਰਤਨ ਕਰਾਂਗੇ, ਜਾਂ ਆਪਾਂ ਬਾਣੀ ਦੇ ਵਿਚਾਰ ਕਰਾਂਗੇ। ਸਾਡੇ ਕੋਲ ਇਹੀ ਤਰੀਕੇ ਨੇ। ਔਰ ਇਹਦੇ ਵਿੱਚੋਂ ਮਿਲਣਾ ਕੀ ਹੈ? ਰਜੇਵਾ ਮਿਲਣਾ, ਤ੍ਰਿਪਤੀ ਮਿਲਣੀ। ਜਿਵੇਂ ਕੋਈ ਚੰਗੀ ਖੁਰਾਕ ਖਾਂਦਾ ਹੈ ਅਤੇ ਉਹਨੂੰ ਜਿੱਥੇ ਤੰਦਰੁਸਤੀ ਮਿਲਦੀ ਹੈ ਨਾ, ਉੱਥੇ ਤ੍ਰਿਪਤੀ ਮਿਲਦੀ ਹੈ। ਇਸੇ ਤਰ੍ਹਾਂ ਜਦੋਂ ਕੋਈ ਵਿਚਾਰਾਂ ਨੂੰ ਗ੍ਰਹਿਣ ਕਰਨ ਲੱਗ ਪੈਂਦਾ ਹੈ, ਉਹਦਾ ਮਨ ਨਿਰਮਲ ਹੋਣ ਲੱਗ ਪੈਂਦਾ ਹੈ, ਮਨ ਸ਼ੁੱਧ ਹੋਣ ਲੱਗ ਪੈਂਦਾ ਹੈ, ਅਤੇ ਜੋ ਤ੍ਰਿਪਤੀ ਦੇ ਰੂਪ ਵਿੱਚ ਜੋ ਨਾਮ ਦੀ ਤ੍ਰਿਪਤੀ ਮਿਲਦੀ ਹੈ, ਉਹਦੇ ਨਾਲ ਮਨ ਬਲਵਾਨ ਹੋਣ ਲੱਗ ਪੈਂਦਾ ਹੈ। ਅੱਜ ਕਹਿਣ ਲੱਗੇ ਫਿਰ ਜਿਹੜਾ ਇਹਨੂੰ ਧਿਆਉਣ ਲੱਗ ਪੈਂਦਾ, ਜਦੋਂ ਭੁੱਖ ਲੱਗਣ ਲੱਗ ਪੈਂਦੀ ਹੈ, ਫਿਰ ਉਹ ਨਾਮ ਦੀ ਚਰਚਾ, ਨਾਮ ਹੀ ਨਾਮ ਤੁਰਨ ਲੱਗ ਪੈਂਦਾ ਹੈ। ਅਤੇ ਗੁਰਮਤਿ ਸ਼ਬਦ ਹੈ ਧਿਆਵਣਾ। ਜਿਨੀ ਹਰ ਹਰ ਨਾਮ ਧਿਆਇਆ। ਧਿਆਇਆ ਦਾ ਮਤਲਬ ਹੁੰਦਾ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ, ਹਰ ਵੇਲੇ। ਆ ਵਡੇਰੇ ਨੂੰ ਕਦੇ ਕਦੇ ਵੇਖਿਆ ਹੋਣਾ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਜਪੀ ਜਾਂਦੇ ਨੇ। ਠੀਕ ਹੈ, ਅਲੱਗ ਅਲੱਗ ਮਾਹੌਲ ਨੇ। ਕਿਤੇ ਅੰਮ੍ਰਿਤਸਰ ਜਾਵਾਂਗੇ ਤੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜਪ ਰਹੇ ਨੇ। ਕਿ ਜਿਹੜੇ ਜਿਨ੍ਹਾਂ ਪਾਤਸ਼ਾਹੀਆਂ ਨਾਲ ਸੰਬੰਧਿਤ ਸਥਾਨ ਹੁੰਦੇ ਨੇ, ਉੱਥੇ ਉਹਨਾਂ ਵੀ ਪਾਤਸ਼ਾਹੀਆਂ ਦਾ ਨਾਮ ਵਰਤ ਰਿਹਾ ਹੁੰਦਾ, ਇਹ ਸੁਭਾਵਕ ਹੈ। ਪਰ ਉਹ ਹੈ ਧਿਆਨ ਪਾਤਸ਼ਾਹੀਆਂ ਦਾ ਹੀ ਨਾ, ਹੈ ਤੇ ਧਿਆਨ ਗੁਰੂ ਦਾ ਨਾ। ਸਿਆਣੇ ਕਹਿੰਦੇ ਨੇ ਜਦੋਂ ਧਿਆਨ ਟਿਕ ਜਾਂਦਾ ਹੈ ਆਪਣੇ ਗੁਰੂ ਦੇ ਵਿੱਚ, ਤੇ ਸੁੱਤੇ ਸਿੱਧ ਰਸਨਾ 'ਤੇ ਗੁਰੂ ਦਾ ਨਾਮ ਆ ਜਾਂਦਾ ਹੈ। ਜੇ ਜੋ ਸੁੱਤੇ ਸਿੱਧ ਸਾਡੀ ਰਸਨਾ 'ਤੇ ਸਾਡੇ ਗੁਰੂ ਦਾ ਨਾਮ ਆ ਜਾਂਦਾ ਹੈ, ਤੇ ਸਮਝ ਲਓ ਫਿਰ ਸਾਡੇ ਨੇੜੇ ਦੁੱਖ ਆਉਣੋਂ ਹਟ ਜਾਂਦਾ ਹੈ। ਇਸੇ ਕਰਕੇ ਗੁਰਮੁਖਾਂ ਦੇ ਨੇੜੇ ਦੁੱਖ ਨਹੀਂ ਆਉਂਦਾ। ਅੱਜ ਇਹੀ ਗੱਲ ਸਾਨੂੰ ਸਮਝਾਈ ਹੈ।
ਉਹਨਾਂ ਨੇ ਪਾਇਆ ਕੀ ਹੈ? ਜਿਹੜੇ ਨਾਮ ਧਿਆਉਂਦੇ ਪ੍ਰਾਪਤੀ ਕੀ ਹੁੰਦੀ ਹੈ? ਹੁਣੇ ਆਸਾ ਕੀ ਵਾਰ ਦੀ ਸਮਾਪਤੀ ਤੇ ਆਪਾਂ ਇੱਕ ਸ਼ਲੋਕ ਪੜ੍ਹਿਆ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਧਿਆਵਣ ਦੀ ਕਲਾ ਤੇ ਇਹੀ ਹੈ ਨਾ ਕਿ ਭਾਈ ਵਾਹਿਗੁਰੂ ਵਾਹਿਗੁਰੂ ਜਪਣਾ। ਸਾਡੇ ਸਿਆਣਿਆਂ ਨੇ ਜਪਣ ਦੀ, ਸਿਮਰਨ ਜਿਹਨੂੰ ਆਪਾਂ ਕਹਿੰਦੇ ਸਿਮਰਨ, ਸਾਧਨਾ ਕਰਨ ਦਾ, ਸਿਮਰਨ ਦੀ ਆਰਾਧਨਾ ਕਰਨ ਦਾ ਅਤੇ ਸਿਮਰਨ ਦੇ ਜਪ ਦੇ ਨਿੱਕੇ ਨਿੱਕੇ ਮਾਈਨਰ ਭੇਦ ਲਿਖੇ ਨੇ। ਜਪਣ ਵਾਸਤੇ ਬੇਨਤੀ ਕਰਦੇ ਆ, ਅਸੀਂ ਬੈਠੇ ਆ ਹੁਣ ਆ ਕੀਰਤਨ 'ਚ ਕਦੇ ਕਦੇ ਸਮਾਪਤੀ 'ਤੇ ਜਪਾਉਂਦੇ ਨਾ, ਨਾਲ ਸ਼ਲੋਕ ਪੜ੍ਹਦੇ, ਨਾਲ ਵਾਹਿਗੁਰੂ 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 ਜਪਣ ਲੱਗ ਪੈਂਦੇ ਨੇ। ਇਹਨੂੰ ਅਸੀਂ ਜਾਪ ਕਹਿੰਦੇ ਆ। ਜਦੋਂ ਰਸਨਾ ਨਾਲ ਉੱਚੀ ਉੱਚੀ ਬੋਲ ਕੇ ਜਪੀਦਾ ਹੈ, ਉਹ ਜਾਪੇ ਦੇ ਵੀ ਤਿੰਨ ਪੱਖ ਹੁੰਦੇ ਨੇ ਕਿ ਤੁਸੀਂ ਬੈਸਨ ਪਸ਼ਯੰਤੀ ਜਪਦੇ ਹੋ, ਬੈਖਰੀ ਜਪਦੇ ਹੋ ਕਿ ਮੱਧਮਾ ਜਪਦੇ ਹੋ। ਭਾਵ ਉੱਚਾ ਬੋਲ ਕੇ ਜਪਦੇ ਹੋ, ਆਪਣੇ ਜੋਗਾ ਸੋਚ ਕੇ ਬੋਲ ਕੇ ਜਪਦੇ ਹੋ, ਜਾਂ ਬਿਨਾਂ ਬੋਲਿਆਂ ਤੁਹਾਨੂੰ ਪਤਾ ਹੈ ਕਿ ਅਸੀਂ ਕਿਹੜੇ ਤੁਕ ਪੜ੍ਹ ਰਹੇ ਹਾਂ, ਇਹ ਤਾਂ ਜਪ ਹੋ ਜਾਂਦਾ ਹੈ। ਜਦੋਂ ਕੋਈ ਤੁਸੀਂ ਤੁਕ ਨਹੀਂ ਪੜ੍ਹ ਰਹੇ, ਉਦੋਂ ਕੀ ਕਰ ਰਹੇ ਹੋ? ਉਦੋਂ ਫਿਰ ਅਸੀਂ ਕੋਈ ਹੋਰ ਤੁਕਾਂ, ਕੁਝ ਹੋਰ ਸੋਚਾਂ ਸੋਚ ਰਹੇ ਹੁੰਦੇ ਹਾਂ। ਜਦੋਂ ਅਸੀਂ ਗੁਰਬਾਣੀ ਦੀ ਕੋਈ ਤੁਕ ਵੀ ਨਹੀਂ ਪੜ੍ਹ ਰਹੇ, ਪਰ ਫਿਰ ਵੀ ਧਿਆਨ ਗੁਰੂ ਕਾ ਹੈ, ਗੁਰੂ ਕੇ ਅਦਬ 'ਚ ਬੈਠੇ ਹਾਂ, ਉਹ ਧਿਆਨ ਹੋ ਜਾਂਦਾ ਹੈ। ਅਤੇ ਜਦੋਂ ਅਸੀਂ ਉਸ ਧਿਆਨ ਨੂੰ ਟਿਕਾ ਲੈਂਦੇ ਹਾਂ, ਉਦੋਂ ਆਰਾਧਨਾ ਹੋ ਜਾਂਦੀ। ਜਦੋਂ ਅਸੀਂ ਇਹ ਆਪਣੇ ਉੱਤੇ ਇੱਕ ਕਵਰ ਪਾ ਲੈਂਦੇ ਕਿ ਨਾ ਭਾਈ ਹੋਰ ਕਿਸੇ ਖਿਆਲ ਨੂੰ ਅੰਦਰ ਨਹੀਂ ਵੜਨ ਦੇਣਾ। ਜਿਵੇਂ ਆਪਾਂ ਆਪਣੇ ਘਰ ਦੇ ਤਾਲੇ ਲਾ ਕੇ ਰੱਖਦੇ ਆ, ਇੱਥੇ ਪਹਿਰੇਦਾਰ ਬਾਹਰ ਖਲੋਤਾ ਰਹਿੰਦਾ ਹੈ, ਲੋਕਾਂ ਨੇ ਆਪਣੇ ਘਰ ਕੂਕਰ ਪਾਲ ਕੇ ਰੱਖੇ ਨੇ, ਪੈ ਜੰਦਾ ਕੁੰਡਾ ਲਾ ਕੇ ਰੱਖਿਆ ਹੁੰਦਾ। ਜਦੋਂ ਅਸੀਂ ਆਪਣੇ ਵਿਚਾਰ ਦਾ ਆਪਣੇ ਦਿਲ ਦੇ ਆਲੇ ਦੁਆਲੇ ਇੱਕ ਗੋਲ ਸਰਕਲ ਬਣਾ ਲੈਂਦੇ ਹਾਂ, ਪਹਿਰੇਦਾਰੀ ਕਰ ਲੈਂਦੇ ਹਾਂ, ਅਤੇ ਉਦੋਂ ਧਿਆਨ ਰਹਿੰਦਾ ਹੈ ਕਿ ਮੇਰੇ ਮਨ ਵਿੱਚ, ਮੇਰੇ ਖਿਆਲਾਂ ਵਿੱਚ ਮੇਰੇ ਗੁਰੂ ਤੋਂ ਸਿਵਾ ਹੋਰ ਕਿਸੇ ਦਾ ਖਿਆਲ ਨਾ ਆਵੇ। ਉਸ ਨੂੰ ਕਹਿੰਦੇ ਧਿਆਨ ਧਾਰਨਾ। ਧਿਆਨ ਧਾਰਨਾ ਦੇ ਨਾਲ ਫਿਰ ਉਹਦੇ ਵਿੱਚ ਚੱਲਦਾ ਕਿ ਗੁਰੂ ਦਾ ਨਾਮ, ਗੁਰੂ ਕੀ ਬਖਸ਼ਿਸ਼, ਗੁਰੂ ਕੀ ਬਖਸ਼ਿਸ਼ਾਂ, ਗੁਰੂ ਕੇ ਗੁਡਿਆਈਆਂ, ਗੁਰੂ ਕੀ ਚਰਚਾ ਅੰਦਰ ਖਿਆਲਾਂ 'ਚ ਚੱਲਦੀ ਰਹਿੰਦੀ ਹੈ। ਕਹਿੰਦੇ ਨੇ ਆਰਾਧਨਾ ਕਰੇ। ਸਿਖਰ ਇੱਕ ਹੁਕਮ ਹੈ, ਦਿਨ ਰਾਤੀ ਆਰਾਧੋ ਪਿਆਰੋ। ਦਿਨ ਰਾਤ ਇਸ ਆਰਾਧਨਾ, ਬੇਸ਼ੱਕ ਕਿਸੇ ਵਕਤ ਮੇਰੀ ਬਾਣੀ ਨਹੀਂ ਜਪੀ ਜਾ ਰਹੀ, ਅਸੀਂ ਹਰ ਵੇਲੇ ਜਪਜੀ ਸਾਹਿਬ ਕਾ, ਸੁਖਮਨੀ ਸਾਹਿਬ ਕਾ ਪਾਠ ਨਹੀਂ ਕਰ ਸਕਦੇ, ਪਰ ਇਤਨਾ ਖਿਆਲ ਤੇ ਕਰ ਸਕਦੇ ਹਾਂ ਕਿ ਕਿਸੇ ਦੀ ਨਿੰਦਾ, ਕਿਸੇ ਦੀ ਚੁਗਲੀ ਦੇ ਖਿਆਲ ਅੰਦਰ ਨਾ ਆਵਣ। ਇਤਨੀ ਤੇ ਪਹਿਰੇਦਾਰੀ ਕਰਨੀ ਪਏਗੀ ਨਾ। ਜਿਵੇਂ ਅਸੀਂ ਆਪਣੇ ਘਰ ਕੂੜਾ ਕਰਕਟ ਨਹੀਂ ਆਉਣ ਦਿੰਦੇ, ਬਾਕਰ ਮਾਰ ਕੇ ਬਾਹਰ ਸੁੱਟਦੇ ਨੇ ਅਤੇ ਬਾਹਰ ਸਫਾਈ ਰੱਖਦੇ ਹਾਂ, ਕਮ ਸੇ ਕਮ ਆਪਣੇ ਹਿਰਦੇ ਦੀ ਸਫਾਈ ਤਾਂ ਰੱਖੀਏ। ਬੜਾ ਪਿਆਰਾ ਜਿਹਾ ਬਚਨ ਹੈ। 7ਵੇਂ ਪਾਤਸ਼ਾਹ ਸਾਹਿਬ ਤੋਂ ਕਿਸੇ ਪੁੱਛਿਆ, ਮਹਾਰਾਜ ਤੁਹਾਡੀ ਪਾਵਨ ਬਾਣੀ ਵਿੱਚ ਧਿਆਨ ਨਹੀਂ ਕਰਾਉਂਦੇ ਤੁਸੀਂ? ਜਿਵੇਂ ਆਮ ਥਾਵਾਂ 'ਤੇ ਲੋਕ ਬਿਠਾ ਕੇ ਅੱਖਾਂ ਮੀਟੋ ਜੀ, ਧਿਆਨ ਇੱਥੇ ਰੱਖੋ, ਧਿਆਨ ਉੱਥੇ ਰੱਖੋ, ਕਰਾਉਂਦੇ ਨਾ, ਬਹੁਤ ਸੁਲਗ ਅਭਿਆਸ ਕਰਾਉਂਦੇ ਨੇ। ਮਹਾਰਾਜ ਤੁਹਾਡੇ ਦਰਬਾਰ 'ਚ ਬਿਠਾ ਲੈਂਦੇ ਨੇ ਅਤੇ ਕੀਰਤਨ ਕਰਨ ਲੱਗ ਪੈਂਦੇ ਨੇ, ਜਾਂ ਕੋਈ ਆ ਕੇ ਪਾਠ ਕਰਨ ਲੱਗ ਪੈਂਦਾ, ਜਾਂ ਕੋਈ ਬੋਲਣਾ ਜਿਹਨੂੰ ਕਥਾ ਕਰਨੀ ਕਰਨ ਲੱਗ ਪੈਂਦੇ ਹੋ। ਕਹਿੰਦੇ ਹੋ ਧਿਆਨ ਕਰਿਆ ਕਰੋ, ਪਰ ਇੱਥੇ ਧਿਆਨ ਕਰਾਉਂਦੇ ਨਹੀਂ ਤੁਸੀਂ। ਆ ਗੁਰੂ ਘਰ 'ਚ ਕਦੇ ਐਸਾ ਨਹੀਂ। ਹਾਲਾਂਕਿ ਹੁਣ 2-4 ਥਾਵਾਂ 'ਤੇ ਕਿਤੇ ਕਰਾਉਣ ਲੱਗ ਪਏ ਨੇ, ਉਹ ਵੇਖਾ ਵੇਖੀ ਹੈ, ਉਹ ਟੈਂਪਰੇਰੀ ਜਿਹਾ ਸਾਡੇ ਵਿੱਚ ਕਈ ਐਲੀਮੈਂਟਸ ਆ ਜਾਂਦੇ ਨੇ, ਦੇਖਾ ਦੇਖੀ ਕਰਨ ਵਾਲੇ ਕਰੀ ਜਾਂਦੇ ਨੇ। ਧੰਨ ਗੁਰੂ ਹਰਿ ਸਾਹਿਬ ਕਹਿਣ ਲੱਗੇ, ਭਾਈ ਸਾਡੇ 'ਤੇ ਸਦਾ ਹੀ ਧਿਆਨ ਹੈ, ਪਰ ਅਸੀਂ ਤੁਹਾਡੇ ਵਾਂਗ ਧਿਆਨ ਨਹੀਂ ਕਰਦੇ। ਅਸੀਂ ਉਹਨਾਂ ਵਾਂਗ ਨਹੀਂ ਕਰਦੇ ਵੀ ਇੱਥੇ ਆ ਕੇ ਬਹਿ ਜਾਓ ਜੀ, ਅੱਖਾਂ ਮੀਟੋ ਜੀ, ਧਿਆਨ ਉੱਥੇ ਰੱਖੋ ਜੀ, ਧਿਆਨ ਉੱਥੇ ਰੱਖੋ। ਕਹਿੰਦੇ ਫਿਰ ਕੀ ਕਰਦੇ ਹੋ? ਕਹਿਣਗੇ ਧਿਆਨ ਦਾ ਮਤਲਬ ਕੀ ਹੁੰਦਾ ਹੈ? ਚੁੱਪ ਕਰਕੇ ਕਹਿਣਗੇ ਸਾਨੂੰ ਤਾਂ ਦੱਸਿਆ ਗਿਆ ਵੀ ਬਸ ਸ਼ੂਨ 'ਚ ਧਿਆਨ ਟਿਕਾਉਣਾ। ਕਹਿਣ ਲੱਗੇ ਸ਼ੂਨ ਧਿਆਨ ਟਿਕਾਉਣਾ, ਸਾਡਾ ਸ਼ੂਨ ਧਿਆਨੀ ਨਹੀਂ। ਯਾਦ ਰੱਖਣਾ, ਗੁਰੂ ਨਾਨਕ ਸਾਹਿਬ ਦੇ ਸਿੱਖ ਸ਼ੂਨ ਧਿਆਨੀ ਨਹੀਂ ਗਏ। ਇਹ ਸ਼ੂਨ ਦਾ ਧਿਆਨ ਨਹੀਂ ਧਰਦੇ ਅਸੀਂ। ਉਹ ਠੀਕ ਹੈ, ਮੈਡੀਟੇਸ਼ਨ ਇੱਕ ਅਲੱਗ ਚੀਜ਼ ਹੈ। ਜਦੋਂ ਅਗਰ ਕੋਈ ਸਰੀਰਕ ਸਾਧਨਾ ਕਰਨ ਵਾਸਤੇ, ਆਪਣੇ ਜਿਹਨੂੰ ਅਸੀਂ ਦਿਲ ਦਿਮਾਗ ਕਹਿੰਦੇ ਹਾਂ, ਉਹਦੀ ਸ਼ੁੱਧੀ ਕਰਨ ਵਾਸਤੇ ਤੁਸੀਂ ਮੈਡੀਟੇਸ਼ਨ ਕਰਦੇ ਹੋ, ਪਰ ਮਤ ਖਿਆਲ ਕਰਨਾ ਸਿਮਰਨ 'ਚ ਉਹਨੂੰ ਜੋੜ ਸਕੋ। ਵੀ ਹਾਂ ਦੇਖੋ ਮੈਂ ਮੈਡੀਟੇਸ਼ਨ ਕੀਤਾ, ਸਿਮਰਨ ਕਰ ਲਿਆ, ਉਹ ਅਲੱਗ ਚੀਜ਼ ਹੈ। ਉਹ ਫਿਜ਼ੀਕਲ ਮੇਨਟੇਨੈਂਸ ਹੈ। ਉਹ ਸਰੀਰਕ ਮੇਨਟੇਨੈਂਸ ਕਰਨ ਵਾਸਤੇ ਤੁਸੀਂ ਮੈਡੀਸਨ ਕਰੋ ਜਾਂ ਮੈਡੀਟੇਸ਼ਨ ਕਰੋ, ਤੁਹਾਡੇ 'ਤੇ ਨਿਰਭਰ ਕਰਦਾ ਵੀ ਕੋਈ ਗੋਲੀਆਂ ਖਾ ਕੇ ਸਰੀਰ ਨੂੰ ਠੀਕ ਰੱਖਦਾ ਹੈ, ਕੋਈ ਮੈਡੀਟੇਸ਼ਨ ਨਾ ਕਰ, ਤੁਹਾਡੀ ਆਪੋ ਆਪਣੀ ਅਵਸਥਾ ਹੈ। ਪਰ ਧਿਆਨ ਕਿਹਦਾ ਰੱਖਣਾ ਹੈ ਸਾਨੂੰ ਸਭ ਨੂੰ ਪਤਾ ਹੈ।
ਅਸਾਂ ਦੇ ਛੋਟੇ ਬੱਚੇ ਸਕੂਲ ਗਏ ਹੁੰਦੇ ਨੇ, ਸਕੂਲ ਤੋਂ ਘਰ ਤੱਕ ਆਉਣ ਦੀ ਮੀਲ ਅੱਧਾ ਮੀਲ ਵਾਟ ਹੁੰਦੀ ਹੈ, ਅਤੇ ਜਦੋਂ ਛੁੱਟੀ ਦਾ ਵਕਤ ਹੁੰਦਾ ਹੈ ਉਦੋਂ ਤੁਹਾਡਾ ਮਾਤਾਵਾਂ ਦਾ ਧਿਆਨ ਕਿੱਥੇ ਹੁੰਦਾ ਹੈ? ਇਤਨੇ ਵਜੇ ਨੂੰ ਬੱਚੇ ਨੇ ਘਰ ਆਉਣਾ ਸੀ, ਅਜੇ ਨਹੀਂ ਆਇਆ, ਸਾਰਾ ਦਾ ਸਾਰਾ ਧਿਆਨ ਦਰਵਾਜ਼ੇ 'ਤੇ ਹੁੰਦਾ। ਬਾਰ-ਬਾਰ ਧਿਆਨ ਘੜੀ 'ਤੇ, ਬਾਰ-ਬਾਰ ਧਿਆਨ ਦਰਵਾਜ਼ੇ 'ਤੇ ਹੁੰਦਾ ਵੀ 2 ਮਿੰਟ ਲੇਟ ਹੋ ਗਿਆ, 3 ਮਿੰਟ ਲੇਟ ਹੋ ਗਿਆ, ਬੱਚਾ ਆਇਆ ਨਹੀਂ, ਧਿਆਨ ਕਿੱਥੇ ਹੋਣਾ? ਬੱਚੇ 'ਤੇ ਹੈ। ਕੰਮ ਘਰ ਹੋ ਰਿਹਾ ਹੈ, ਸਰੀਰ ਘਰ 'ਚ ਬੈਠਾ ਹੋਇਆ ਹੈ, ਗੱਲਬਾਤ ਪਰਿਵਾਰ ਦੇ ਕਿਸੇ ਮਿੱਤਰਾਂ ਸੱਜਣਾਂ ਨਾਲ ਹੋ ਰਹੀ ਹੈ, ਪਰ ਧਿਆਨ ਕਿੱਥੇ ਹੈ? ਧਿਆਨ ਉਸ ਬੱਚੇ 'ਤੇ ਹੈ ਜਿਹੜਾ ਬੱਚਾ ਦੇਰ ਹੋ ਰਹੀ ਹੈ। ਹੌਲੀ ਹੌਲੀ ਅਗਰ ਉਹ ਕਿਤੇ ਥੋੜ੍ਹਾ ਬਹੁਤਾ ਦੇਰ ਹੋ ਜਾਏ ਤਾਂ ਉਹ ਧਿਆਨ ਬੇਚੈਨੀ ਪੈਦਾ ਕਰਨ ਲੱਗ ਪੈਂਦਾ। ਉਹ ਧਿਆਨ ਬੇਚੈਨੀ ਤੋਂ ਹੌਲੀ ਹੌਲੀ ਸਾਨੂੰ ਘਰ ਪਰਿਵਾਰ ਦੇ ਕੰਮਾਂ ਤੋਂ ਹਟਾ ਦਿੰਦਾ ਹੈ। ਕਿਤਨਾ ਜ਼ਰੂਰੀ ਘਰ ਕੰਮ ਹੋਵੇ, ਤੁਸੀਂ ਭੱਜ ਕੇ ਦਰਵਾਜ਼ੇ 'ਤੇ ਖਲੋਤੇ ਹੁੰਦੇ ਹੋ, ਹੋਰ ਲੇਟ ਹੋ ਗਿਆ, ਅਜੇ ਨਹੀਂ ਧਿਆਨ ਪੂਰਾ ਹੋਇਆ, ਤੁਸੀਂ ਸੜਕ 'ਤੇ ਆ ਜਾਂਦੇ ਹੋ। ਇਵੇਂ ਹੀ ਭਗਤਾਂ ਦਾ ਧਿਆਨ ਪ੍ਰਮਾਤਮਾ 'ਤੇ ਹੁੰਦਾ, ਅਜੇ ਨਹੀਂ ਆਇਆ, ਅਜੇ ਨਹੀਂ ਆਇਆ, ਅਜੇ ਸੋ ਰੱਬ ਨਾ ਬੌੜਿਓ। ਜਿਵੇਂ ਕਹਿੰਦੇ ਅਜੇ ਬੱਚਾ ਨਹੀਂ ਆਇਆ, ਔਖੇ ਹੋ ਗਏ ਹਾਂ, ਘਬਰਾਹਟ ਪੈਦਾ ਹੋ ਰਹੀ ਹੈ, ਬੇਚੈਨੀਆਂ ਹੋ ਰਹੀਆਂ ਨੇ, ਅਤੇ ਭਗਤ ਕੀ ਕਹਿੰਦੇ ਨੇ? ਅਜੇ ਸੋ ਰੱਬ ਨਾ ਬੌੜਿਓ, ਦੇਖ ਬੰਦੇ ਕੇ ਭਾਗ। ਧਿਆਨ ਦੀ ਇਹ ਕਲਾ ਸਮਝ ਸਕੀਏ, ਔਰ ਇਹਦਾ ਜ਼ਿਕਰ ਰੋਜ਼ਾਨਾ ਸੰਧਿਆ ਦੇ ਵੇਲੇ ਪਾਠ ਕਰਦਿਆਂ ਕਰਦੇ ਹੋ। ਉੱਥੇ ਵੀ ਮਹਾਰਾਜ ਨੇ ਇੱਕ ਕੂੰਜ ਮਾਂ ਦਾ ਜ਼ਿਕਰ ਕੀਤਾ ਹੈ। ਊਡੈ ਊਡ ਆਵੈ ਸੈ ਕੋਸਾ, ਤਿਸ ਪਾਛੇ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਉਹ ਰੱਬ ਦਾ ਸਿਮਰਨ ਨਹੀਂ ਕਰਦੀ, ਆਪਣੇ ਬੱਚੇ ਦਾ ਸਿਮਰਨ ਕਰਦੀ ਹੈ। ਜਿਵੇਂ ਉਹ ਇੱਕ ਕੂੰਜ ਮਾਂ ਆਪਣੇ ਬੱਚੇ ਦਾ ਸਿਮਰਨ ਕਰਦੀ ਹੈ, ਜਿਵੇਂ ਸਾਡੇ ਘਰ 'ਚ ਮਾਂ ਆਪਣੇ ਬੱਚੇ ਦੇ ਸਕੂਲ ਤੋਂ ਲੇਟ ਆਉਣ 'ਤੇ ਬੱਚੇ ਦਾ ਸਿਮਰਨ ਕਰਦੀ ਹੈ, ਕਿ ਉਸੇ ਧਿਆਨ ਕਲਾ ਨੂੰ ਆਪਣੇ ਗੁਰੂ ਪ੍ਰਤੀ ਨਹੀਂ ਜੋੜਿਆ ਜਾ ਸਕਦਾ? ਯਾਦ ਰੱਖਣਾ, ਧਿਆਨ ਦਾ ਵੇਗ ਉਹੀ ਹੈ, ਧਿਆਨ ਦੀ ਕਲਾ ਉਹੀ ਹੈ। ਉਸੇ ਧਿਆਨ ਦੀ ਕਲਾ ਅਤੇ ਵੇਗ ਨੂੰ ਅਸਾਂ ਨੇ ਆਪਣੇ ਗੁਰੂ ਪਾਸੇ ਜੋੜ ਦੇਣਾ। ਅਜੇ ਦਰਸ਼ਨ ਨਹੀਂ ਹੋਏ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਹੈ ਸੱਚੇ ਪਾਤਸ਼ਾਹ ਮੈਨੂੰ ਅਜੇ ਤੇਰੇ ਦਰਸ਼ਨ ਨਹੀਂ ਮਿਲੇ। ਅਤੇ ਇਹੋ ਜਿਹੇ ਪ੍ਰਕਰਣ ਨੂੰ ਜੋ ਸਾਡੇ ਘਰਾਂ 'ਚ ਅੰਮ੍ਰਿਤ ਕੀਰਤਨ ਦੇ ਪੋਥੀਆਂ ਨੇ, ਜਿਸ 'ਚ ਦਰਸ਼ਨ ਦੇਖ ਜੀਵਾ ਦਰਸ਼ਨ ਦੇਖ ਦੁੱਖ ਨਸੇ, ਇਸ ਪ੍ਰਕਰਣ ਨੂੰ ਪੜ੍ਹ ਕੇ ਦੇਖਣਾ। ਉੱਥੋਂ ਲੱਗਦਾ ਨਾ ਕਿ ਅਜੇ ਦਰਸ਼ਨ ਕਰਦਿਆਂ ਕਹਿੰਦੇ ਨੇ ਅਜੇ ਦਰਸ਼ਨ ਨਹੀਂ ਹੋਏ, ਹੋਰ ਨਹੀਂ ਸੁਪਨੇ ਵਿੱਚ ਹੀ ਦਰਸ਼ਨ ਹੋ ਜਾਣ, ਇੰਨਾ ਹੀ ਬਰਕਤ ਹੈ ਮੇਰੇ ਲਈ। ਅਤੇ ਜਿਉਂ ਦਰਸ਼ਨ ਦਾ ਧਿਆਨ ਵੱਧਦਾ ਜਾਂਦਾ ਹੈ, ਭਗਤਾਂ ਦੀ ਬੇਚੈਨੀ ਵੱਧਦੀ ਜਾਂਦੀ, ਉਹ ਭੁੱਖ ਵੱਧਦੀ ਜਾਂਦੀ ਹੈ। ਅਤੇ ਜਿਨ੍ਹਾਂ ਨੂੰ ਇਹ ਨਾਮ ਦੇ ਦਰਸ਼ਨਾਂ ਦੀ ਧਿਆਨ ਭੁੱਖ ਵਧਣ ਲੱਗ ਪੈਂਦੀ ਹੈ, ਫਿਰ ਚੇਤਾ ਰੱਖਣਾ ਉਹਨਾਂ ਦੇ ਉੱਤੇ ਸੰਸਾਰ ਦਾ ਦੁੱਖ ਨਹੀਂ ਜੇ ਆਉਂਦਾ, ਕਿ ਉਹਨਾਂ ਦਾ ਧਿਆਨ ਇਤਨਾ ਦੂਰ ਚਲਾ ਜਾਂਦਾ ਆਪਣੇ ਪ੍ਰਭੂ ਵਾਲੇ ਪਾਸੇ, ਸੰਸਾਰ ਦਾ ਦੁੱਖ ਕੀ ਹੁੰਦਾ ਹੈ ਚੇਤਾ ਹੀ ਭੁੱਲ ਜਾਂਦਾ ਹੈ। ਜਿਹਨੂੰ ਕਹਿੰਦੇ 3 ਪਾਇੜੇ ਸਰਬ ਸੁੱਖਾ। ਅਸੀਂ ਤੁਸੀਂ ਸੋਚਦੇ ਹਾਂ ਕਿ ਜਿਹਨੇ 2 4 10 ਦਿਨ ਵਾਹਿਗੁਰੂ ਵਾਹਿਗੁਰੂ ਜਪ ਲਿਆ, ਦੇਖੋ ਜੀ ਉਹਦੇ ਕੋਲ ਕਾਰ ਬੜੀ ਵੱਡੀ ਹੋਏਗੀ, ਕੋਠੀ ਬੜੀ ਵੱਡੀ, ਅਸੀਂ ਸੁੱਖਾਂ ਦਾ ਇਹ ਪਰਿਭਾਸ਼ਾ ਕਰ ਬੈਠੇ ਹਾਂ। ਠੀਕ ਹੈ, ਇਹ ਸੰਸਾਰ ਦੀਆਂ ਜ਼ਰੂਰਤਾਂ ਨੇ, ਸੰਸਾਰ ਦੀਆਂ ਸਹੂਲਤਾਂ ਨੇ, ਪਰ ਇਹਨਾਂ ਵਿੱਚ ਸੁੱਖ ਹੈ ਕਿ ਨਹੀਂ, ਇਹ ਤੇ ਰਹਿਣ ਵਾਲੇ ਨੂੰ ਪਤਾ ਹੋਵੇਗਾ। ਜਿਨ੍ਹਾਂ ਕੋਲ ਸਾਰਾ ਕੁਝ ਹੈ ਉਹ ਸੁਖੀ ਹੈਗੇ ਕਿ ਨਹੀਂ, ਇਹ ਤੇ ਉਹਨਾਂ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ। ਪਰ ਜਿਸ ਦਾ ਸੁੱਖ ਗੁਰੂ ਨਾਨਕ ਪਾਤਸ਼ਾਹ ਦੱਸ ਰਹੇ ਨੇ, ਉਹ ਸੁੱਖ ਐਸਾ ਹੈ ਜਿਸ ਵਿੱਚ ਰਹਿੰਦਿਆਂ ਦੁੱਖ ਭੁੱਲ ਹੀ ਜਾਂਦਾ, ਦੁੱਖ ਵਿਸਰ ਹੀ। ਤਿਨਾਂ ਪਾਇੜੇ ਸਰਬ ਸੁੱਖਾ, ਪਤਾ ਕਿਉਂ? ਸਭ ਜਨਮ ਤਿਨਾਂ ਕਾ ਸਫਲ ਹੈ। ਦਰਅਸਲ ਉਹਨਾਂ ਦਾ ਜਨਮ ਹੀ ਸਫਲ ਹੁੰਦਾ ਹੈ, ਬਾਕੀ ਜਨਮ ਅਸਫਲ ਹੁੰਦਾ ਹੈ। ਜਨਮ ਨੂੰ ਕਹੀਏ ਆਪਾਂ ਜਨਮ ਵਿੱਚ ਹੀ ਹਾਂ, ਅਸੀਂ ਤੇ ਕਹਿੰਦੇ ਨਾ ਜਨਮ ਹੋ ਗਿਆ ਅਤੇ ਬਾਕੀ ਜੀਵਨ ਹੈ। ਜਿਸ ਨੂੰ ਅਸੀਂ ਤੁਸੀਂ ਜੀਵਨ ਕਹਿੰਦੇ ਹਾਂ, ਇਹ ਜਨਮ ਦਾ ਹੀ ਹਿੱਸਾ ਹੈ। ਇਸੇ ਕਰਕੇ ਜਨਮ ਅਤੇ ਮੌਤ ਦੀ ਗੱਲ ਚੱਲਦੀ ਹੈ। ਜਨਮ ਦਾ ਹੀ ਹਿੱਸਾ ਹੈ, ਮੌਤ ਆਉਣੀ ਬਾਕੀ ਹੈ। ਸਾਡਾ ਇੱਕ ਪਾਸਾ ਜਨਮ ਨਾਲ ਜੁੜਿਆ ਹੈ, ਇੱਕ ਪਾਸਾ ਮੌਤ ਨਾਲ ਜੁੜਿਆ ਹੈ। ਇਸੇ ਜਨਮ ਨੂੰ ਅਸਾਂ ਨੇ ਸਫਲ ਕਰਨਾ ਹੈ। ਕਿਤੇ ਐਸਾ ਨਾ ਹੋਵੇ ਕਿ ਸਮਾਂ ਪਤਾ ਨਹੀਂ ਕਦੋਂ ਪੁੱਗ ਜਾਣਾ ਹੈ। ਇਹ ਸਾਨੂੰ ਪਤਾ ਨਹੀਂ ਨਾ, ਜਿਤਨਾ ਵੀ ਸਾਡੇ ਕੋਲ ਸਮਾਂ ਹੈ, ਉਨੇ ਸਮੇਂ ਦੇ ਵਿੱਚ ਜੋ ਕੁਝ ਅਸੀਂ ਕਰ ਬੈਠੇ ਹਾਂ, ਉਹਦੇ ਮੁਤਾਬਕ ਸਾਡਾ ਫੇਲ ਹੋਣਾ ਜਾਂ ਪਾਸ ਹੋਣਾ ਨਿਰਧਾਰਿਤ ਕਰਦਾ ਹੈ। ਕਦੇ ਕਦੇ ਵੇਖਿਆ ਹੋਣਾ, ਖੇਡਾਂ ਹੁੰਦੀਆਂ ਨੇ, ਅਚਾਨਕ ਮੀਂਹ ਪੈਣ ਲੱਗ ਪੈਂਦਾ, ਖੇਡ ਰੁਕ ਜਾਂਦੀ ਹੈ, ਅਤੇ ਜਿਤਨੀ ਖੇਡ ਹੋਈ ਹੁੰਦੀ ਹੈ ਉਹਦੇ ਮੁਤਾਬਕ ਹੀ ਹਾਰ ਅਤੇ ਜਿੱਤ ਦਾ ਫੈਸਲਾ ਹੋ ਜਾਂਦਾ ਹੈ। ਬਸ ਅਗਰ 2.5 ਘੰਟੇ ਦੀ ਖੇਡ ਹੈ, 1 ਘੰਟਾ ਖੇਡਣ ਤੋਂ ਬਾਅਦ 'ਚ ਕਿਸੇ ਕਾਰਨ ਖੇਡ ਰੋਕਣੀ ਪਈ ਹੈ, ਅਤੇ ਉਸ 1 ਘੰਟੇ ਦੇ ਵਿੱਚੋਂ ਹੀ ਫੈਸਲਾ ਹੋ ਜਾਂਦਾ ਵੀ ਕੌਣ ਜਿੱਤਿਆ ਅਤੇ ਕੌਣ ਹਾਰਿਆ।
ਕਿਉਂਕਿ ਖੇਡ ਦੀ ਲੇਨ ਥਨ ਨਾਲ ਨਹੀਂ ਫਰਕ ਪੈਂਦਾ, ਖੇਡ ਦੇ ਤੁਸੀਂ ਕੀ ਕੀਤਾ ਹੈ ਉਹਦੇ ਨਾਲ ਫਰਕ ਪੈਂਦਾ। ਜ਼ਰੂਰੀ ਨਹੀਂ ਕਿ ਸਾਡੇ 'ਚੋਂ ਕਿਸੇ ਨੇ 150 ਸਾਲ ਦਾ ਜੀਵਨ ਹੰਢਾਇਆ ਉਹੀ ਵੱਡਾ ਹੈ, ਨਹੀਂ। 7 ਸਾਲ 5 ਸਾਲ ਦਾ ਜੀਵਨ ਬਹੁਤ ਵੱਡਾ ਹੈ। 200 ਸਾਲ ਦਾ ਜੀਵਨ ਹੰਢਾ ਲੇ ਕੋਈ ਵਿਅਕਤੀ ਬਹੁਤ ਵੱਡਾ ਹੋਏਗਾ, ਪਰ ਕਿਤੇ ਫਤਿਹਗੜ੍ਹ ਸਾਹਿਬ ਜਾ ਕੇ ਦੇਖੀਏ 7 ਸਾਲ ਦਾ ਜੀਵਨ ਵੀ ਬਹੁਤ ਵੱਡਾ ਹੈ, ਮੁੱਕਦਾ ਹੀ ਨਹੀਂ ਹੈ। ਅਤੇ ਦੂਜੇ ਪਾਸੇ ਸੈਂਕੜੇ ਸਾਲਾਂ ਦਾ ਕੋਈ ਬੈਠਾ ਹੋਵੇ ਕੋਈ ਫਰਕ ਨਹੀਂ ਪੈਂਦਾ। ਸਾਡੇ ਜੀਵਨ ਨੂੰ, ਜੋ ਸਾਡੀ ਸਫਲਤਾ ਨੂੰ ਨਾਪਣ ਵਾਸਤੇ ਜੀਵਨ ਨੂੰ ਵਰ੍ਹਿਆਂ ਦੇ ਨਾਲ ਨਹੀਂ ਨਾਪਿਆ ਜਾਂਦਾ, ਜੀਵਨ ਦੇ ਵਜ਼ਨ ਨੂੰ ਨਾਪਿਆ ਜਾਂਦਾ ਹੈ। ਕਹਿਣ ਲੱਗੇ ਜਨਾਂ ਕਾ ਨਾਮ ਦੀ ਭੁੱਖ ਲੱਗੀ, ਭਾਵੇਂ ਉਹਨਾਂ ਨੇ ਚੰਦ ਪਲ ਲਏ ਉਹਨੂੰ ਸਫਲ। ਸਾਨੂੰ 2 ਜੀਵਨ ਦਿੱਤੇ ਗਏ ਨੇ, ਆਪਣੇ ਪੜ੍ਹਿਆ ਹੋਣਾ, ਕਿਹਨਾਂ ਵੱਲ ਵੇਖਣਾ ਐਸਾ ਨੇ। ਇੱਥੇ ਦੇ ਬੜੇ ਵੱਡੇ ਵੱਡੇ ਰਿਸ਼ੀ ਹੋਏ ਹੋਣਗੇ ਨਾ, ਜਿਹਨਾਂ ਦੀ ਹਜ਼ਾਰਾਂ ਸਾਲ ਦੀ ਉਮਰ ਕਹੀ ਜਾਂਦੀ ਜਾ ਸਕਦੀ, ਔਰ ਉਹਨਾਂ 2 ਬੰਦਿਆਂ ਦਾ ਨਾਮ ਲਿਆ ਜਿਨ੍ਹਾਂ ਨੇ 10-10 ਹਜ਼ਾਰ ਵਰ੍ਹੇ ਰਾਜ ਕੀਤਾ ਕਿਹਾ ਜਾਂਦਾ ਹੈ, ਪਰ 10-10 ਹਜ਼ਾਰ ਵਰ੍ਹਿਆਂ ਦਾ ਜ਼ਿਕਰ ਨਹੀਂ ਕਰਾਇਆ। ਸਾਨੂੰ ਦੱਸਿਆ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਤੇ ਕਿੰਨੇ ਵਰ੍ਹਿਆਂ ਦੇ ਸਨ ਉਦੋਂ? ਦੋਨੋਂ 5 ਵਰ੍ਹਿਆਂ ਦੇ। ਬਾਕੀ ਉਹਨਾਂ ਅਗਲੀ ਉਮਰ ਕੀ ਕੀਤੀ ਸਾਨੂੰ ਕੋਈ ਪਤਾ ਨਹੀਂ। ਨਾ ਸਾਨੂੰ ਪ੍ਰਹਲਾਦ ਬਾਰੇ ਪਤਾ ਹੈ, ਨਾ ਧਰੂ ਬਾਰੇ ਪਤਾ ਹੈ। ਸਾਨੂੰ ਪਤਾ ਹੈ ਕਿ 5 ਬਰਖ ਹੋਣਾ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ ਹੋ ਜਾਂਦਾ ਹੈ। ਉਹਨਾਂ ਦਾ ਜਨਮ ਸਫਲ ਹੋ ਗਿਆ। ਪੁੱਛਿਆ ਜੀ ਉਹਨਾਂ ਨੂੰ ਕੀ ਹੋਇਆ? ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦੀ ਭੁੱਖ ਲੱਗ ਗਈ, ਜਿਨੇ ਗੁਰ ਕੈ ਬਚਨ ਅਰਾਧਿਆ, ਜਿਨ੍ਹਾਂ ਨੇ ਆਪਣੇ ਗੁਰੂ ਦੇ ਬਚਨ ਦੇ ਸਦਕੇ ਵਾਹਿਗੁਰੂ ਦਾ ਸਿਮਰਨ ਕੀਤਾ, ਤਿੰਨ ਵਿਸਰ ਗਏ ਸਭ ਦੁੱਖਾ। ਉਹਨਾਂ ਨੂੰ ਦੁੱਖ ਭੁੱਲ ਹੀ ਜਾਂਦੇ ਨੇ। ਦੁੱਖ ਕੀ ਹੁੰਦੇ ਨੇ? ਅਕਾਲੀ ਕੌਰ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ ਸੀ, ਬਾਬਾ ਗਰਮੀ 'ਚ ਤੂੰ ਕਾਲੀ ਕੰਬਲੀ ਲੈ ਕੇ ਬਹਿ ਜਾਣਾ ਹੈ, ਗਰਮੀ ਨਹੀਂ ਲੱਗਦੀ? ਕਹਿਣ ਲੱਗੇ ਗਰਮੀ ਕੀ ਹੁੰਦੀ ਮੈਨੂੰ ਪਤਾ ਹੀ ਨਹੀਂ ਲੱਗਾ। ਕਿਉਂਕਿ ਜਦੋਂ ਗੁਰਬਾਣੀ ਦਾ ਤਤਕਰਾ ਲਿਖ ਰਹੇ ਸਨ ਉਦੋਂ ਐਸੇ ਸਾਧਨਾਂ 'ਚ ਬੈਠੇ ਬਸ ਸਾਰਾ ਦਿਨ ਇੱਧਰ ਇੱਕ ਪੋਥੀ ਖੋਲ੍ਹ ਕੇ ਰੱਖੀ, ਕਲਮ ਕਾਗਜ਼ ਦਵਾਕ, ਬਸ ਇਹਦੇ ਵਿੱਚ ਹੀ ਬੈਠੇ ਰਹਿਣਾ ਕਾਲੀ ਕੰਬਲੀ 'ਚ ਹੀ। ਕਹਿਣ ਲੱਗੇ ਗਰਮੀ ਕੀ ਹੁੰਦੀ ਪਤਾ ਹੀ ਨਹੀਂ ਲੱਗਦਾ, ਦੁੱਖ ਵਿਸਰ ਜਾਂਦਾ ਹੈ। ਤਿੰਨ ਵਿਸਰ ਗਏ ਸਭ ਦੁੱਖਾ। ਫਿਰ ਉਹਨਾਂ ਨੂੰ ਕੀ ਕਹੀਏ? ਤੇ ਸੰਤ ਭਲੇ ਗੁਰਸਿੱਖ ਹੈ। ਹੋਰ ਕੋਈ ਸੰਤ ਡੇਰੇਦਾਰ ਲਿਬਾਸਾਂਦਾਰ ਨਹੀਂ, ਜਿਹੜਾ ਆਪਣੇ ਗੁਰੂ ਕੇ ਪਿਆਰ 'ਤੇ ਟਿਕਿਆ, ਗੁਰੂ ਕੇ ਬਚਨਾਂ 'ਤੇ ਟਿਕਿਆ, ਗੁਰੂ ਕੇ ਸ਼ਬਦ ਦੀ ਆਰਾਧਨਾ ਕਰਦਾ। ਤੇ ਸੰਤ ਭਲੇ ਗੁਰਸਿੱਖ ਹੈ। ਪਹਿਚਾਨ ਕੀ ਜਿੰਨਾ ਹੀ ਚਿੰਤ ਪਰਾਈ ਚੁੱਖਾ। ਜਿਹਨੂੰ ਦੂਜਿਆਂ ਦੇ ਬਾਰੇ ਕੋਈ ਚਰਚਾ ਨਹੀਂ, ਨਾ ਦੂਜਿਆਂ ਦੀ ਚਿੰਤਾ ਅਤੇ ਨਾ ਨਿੰਦਾ। ਬਸ ਉਹਨਾਂ ਦੇ ਬਾਬਤ ਅਸੀਂ ਗੱਲ ਕਹੀ ਮਹਾਰਾਜ ਕਹਿੰਦੇ ਧੰਨ ਧੰਨ ਤਿੰਨਾਂ ਕਾ ਗੁਰੂ। ਜੇ ਗੁਰਸਿੱਖ ਇੰਨਾ ਮਹਾਨ ਸੰਤ ਹੈ ਤੇ ਗੁਰੂ ਕਿੰਨਾ ਵੱਡਾ ਹੋਏਗਾ। ਅਕਬਰ ਨੇ ਦੇਖਿਆ ਸੀ ਨਾ ਰਾਮਦਾਸ ਮਹਾਰਾਜ ਨੂੰ, ਕਹਿਣ ਲੱਗਾ ਇਹ ਕੌਣ ਹੈ? ਕਹਿਣ ਲੱਗੇ ਗੁਰੂ ਕਾ ਸਿੱਖ। ਤੇ ਗੁਰੂ ਕਿਤਨਾ ਵੱਡਾ ਹੋਏਗਾ? ਤੇ ਗੁਰੂ ਧੰਨ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁੱਖਾ। ਜਿਹਨੂੰ ਅੰਮ੍ਰਿਤ ਫਲ ਲੱਗਦੇ ਨੇ, ਜਿਹਦੇ ਮੁਖ 'ਚੋਂ ਅੰਮ੍ਰਿਤ ਫਲ ਬਚਨ ਪ੍ਰਾਪਤ ਹੋਣ। ਗੁਰਦੇਵ ਕਿਰਪਾ ਕਰਨ ਅਸੀਂ ਜਪ ਸਕੀਏ, ਸਿਮਰਨ ਕਰ ਸਕੀਏ ਤੇ ਵਿਸ਼ਵਾਸ ਕਰ ਸਕੀਏ ਮੇਰੇ ਗੁਰੂ ਬਹੁਤ ਵੱਡੇ ਨੇ। ਭੁੱਲ ਚੁੱਕ ਦੇ ਖਿਮਾ, ਆਸੀਸ ਅਤੇ ਪਿਆਰ ਦੇ ਪੁੱਤੇ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।